Hello everyone, very good morning to all of you. You all are welcome on your own channel, Honor Classes Patiala. We are discussing the Elizabethan writers. There are three writers as we have discussed earlier in the last lectures. So the third writer is the legend, very important playwright of the English literature or world literature in English, that is William Shakespeare. So without wasting any time, let us start William Shakespeare. So William Shakespeare was born in 1564 and the date was 23rd of April. 23rd of April and died on 1616. It was also 23rd April. 23 ਅਪ੍ਰੈਲ ਨੂੰ ਜਨਮ ਹੁੰਦਾ ਇਹਨਾਂ ਦਾ, ਬਟ ਜ਼ਿਆਦਾਤਰ ਬੁੱਕਸ ਦੇ ਵਿੱਚ ਜਿਹੜਾ ਜਨਮ ਹੈਗਾ 26 ਅਪ੍ਰੈਲ ਨੂੰ ਲਿਖਿਆ ਮਿਲੂਗਾ ਤੁਹਾਨੂੰ। ਇਟ ਓਨਲੀ ਮੀਨਸ ਕਿ 23 ਅਪ੍ਰੈਲ ਨੂੰ ਜਿਹੜਾ ਹੈਗਾ ਉੱਥੇ ਇਹਨਾਂ ਦਾ ਜਨਮ ਹੁੰਦਾ, ਇਹ ਗੱਲ ਸਹੀ ਆ, ਬਟ ਉੱਥੇ ਟ੍ਰੈਡੀਸ਼ਨ ਹੈਗਾ ਸੀਗਾ ਜਾਂ ਮੇਬੀ ਹੁਣ ਵੀ ਹੋਏਗਾ। 3 ਦਿਨਾਂ ਬਾਅਦ, ਜਨਮ ਤੋਂ 3 ਦਿਨ ਬਾਅਦ ਆਪਾਂ ਨਾਮਕਰਨ ਕਰਦੇ ਹਾਂ, ਬੈਪਟਾਈਜ਼ ਕਰਦੇ ਹਾਂ ਬੱਚੇ ਦਾ। ਨਾਮਕਰਨ 26 ਅਪ੍ਰੈਲ ਨੂੰ ਹੋਇਆ, ਤਾਂ ਇਸ ਕਰਕੇ 26 ਅਪ੍ਰੈਲ ਵੀ ਕਈ ਜਗ੍ਹਾ ਤੁਹਾਨੂੰ ਲਿਖਿਆ ਮਿਲ ਜੂਗਾ। ਸ਼ੁਰੂ ਕਰਦੇ ਹਾਂ ਜੀ। ਇੰਗਲਿਸ਼ ਪੋਇਟ ਸੀਗੇ, ਪਲੇ ਰਾਈਟ, ਤੇ ਇਹਨਾਂ ਦਾ ਜਨਮ ਹੁੰਦਾ ਜੀ ਸਟ੍ਰੇਟਫੋਰਡ ਅਪੋਨ ਐਵੋਨ। ਸਟ੍ਰੇਟਫੋਰਡ ਕਸਬੇ ਦਾ ਨਾਂ ਟਾਊਨ ਦਾ, ਐਵੋਨ ਰਿਵਰ ਦਾ ਨਾਮ ਆ, ਹਨਾ, ਉਹਨਾਂ ਦੇ ਕਸਬੇ ਦੇ ਉੱਥੋਂ ਰਿਵਰ ਇੱਕ ਲੰਘਦੀ ਸੀ। ਸੋ ਹੀ ਵਾਜ਼ ਬੈਪਟਾਈਜ਼ਡ ਔਨ 26th of April। ਦੇਖੋ 23rd ਨੂੰ ਜਨਮ ਹੁੰਦਾ ਤੇ 3 ਦਿਨ ਬਾਅਦ 26th of April ਨੂੰ ਬੈਪਟਾਈਜ਼ ਕੀਤੇ ਜਾਂਦੇ ਆ। ਫਾਦਰ ਦਾ ਨੇਮ ਜੌਨ ਸ਼ੇਕਸਪੀਅਰ, ਮਦਰ ਮੈਰੀ ਆਰਡਨ। ਇਹ ਸਿੰਪਲ ਕੁਐਸਚਨ ਨੇ ਯਾਦ ਰੱਖਣ ਵਾਲੇ। ਤੇ ਸ਼ੇਕਸਪੀਅਰ ਸਾਹਿਬ ਹੈਗੇ ਆ ਜਿਹੜੇ, ਉਹਨਾਂ ਦੀ ਐਜੂਕੇਸ਼ਨ ਬਾਰੇ ਬਹੁਤਾ ਨਹੀਂ ਪਤਾ ਜੀ। ਕਿਹਾ ਜਾਂਦਾ ਕਿ ਉਹ ਅਨਪੜ੍ਹ ਸੀ, ਕਈ ਕਹਿੰਦੇ ਆ ਕਿ ਥੋੜੇ ਬਹੁਤੇ ਪੜ੍ਹੇ ਸੀ। So next, it is generally assumed that he attended the local grammar school। कोई local छोटा मोटा grammar school सी, वो attend कीता। The King's New School, ਉਹਦਾ ਨਾਮ ਸੀਗਾ The King's New School। At the age of 18, Shakespeare married। ਉਹਨਾਂ ਨੇ ਵਿਆਹ ਕਰਵਾ ਲਿਆ 26 ਸਾਲ ਦੀ ਲੇਡੀ ਜਿਹਦਾ ਨਾਮ ਸੀ ਐਨੀ ਹਥਾਵੇ, ਜਿਹੜੀ ਕਿ ਉਹਨਾਂ ਤੋਂ 8 ਸਾਲ ਵੱਡੀ ਸੀ। ਤੇ ਉਹਨਾਂ ਤੋਂ ਬੱਚੇ ਕਿੰਨੇ ਹੋਏ? 3 ਬੱਚੇ ਹੋਏ, ਇੱਕ ਸੁਜ਼ਾਨਾ, ਇੱਕ ਹੈਮਨੈਟ ਤੇ ਇੱਕ ਜਿਊਦਿਥ। ਜਿਊਦਿਥ ਤੇ ਸੁਜ਼ਾਨਾ ਗਰਲ ਚਾਈਲਡ ਸੀ, ਤੇ ਉਹਨਾਂ ਦਾ ਬੇਟਾ ਸੀਗਾ ਸ਼ੇਕਸਪੀਅਰ ਸਾਹਿਬ ਦਾ ਹੈਮਨੈਟ। ਤੇ ਹੈਮਨੈਟ ਤੋਂ ਕਿਤੇ ਨਾ ਕਿਤੇ ਇਹ ਵੀ ਅੰਦਾਜ਼ਾ ਲਗਾਇਆ ਜਾਂਦਾ ਲਿਟਰੇਰੀ ਵਰਲਡ ਦੇ ਵਿੱਚ ਕਿ ਹੈਮਲੈਟ ਜਿਹੜਾ ਪਲੇ ਸੀ ਉਹਦੇ ਨਾਲ ਵੀ ਕਿਤੇ ਨਾ ਕਿਤੇ ਹੈਮਨੈਟ ਦਾ ਸੰਬੰਧ ਸੀਗਾ। ਇਹਨਾਂ ਦਾ ਬੇਟਾ ਸੀ ਸ਼ੇਕਸਪੀਅਰ ਸਾਹਿਬ ਦਾ, ਜੋ ਕਿ 11 ਸਾਲ ਦੀ ਉਮਰ ਦੇ ਵਿੱਚ ਡੈਥ ਹੋ ਜਾਂਦੀ ਆ ਬੇਟੇ ਦੀ, ਹੈਮਨੈਟ ਦੀ, ਹੈ ਨਾ। Hamnet died at the age of 11, ਇਹ ਹੋ ਗਿਆ। which time Shakespeare was already successful। ਸ਼ੇਕਸਪੀਅਰ ਉਦੋਂ ਤੱਕ ਸਕਸੈਸਫੁਲ ਪਲੇਰਾਈਟ ਬਣ ਚੁੱਕਿਆ ਸੀ ਦੋਸਤੋ। ਸ਼ੇਕਸਪੀਅਰ ਦੀ ਲਿਟਰੇਰੀ ਕੈਰੀਅਰ ਸਟਾਰਟਡ 1592 ਦੇ ਨੀਅਰ ਅਬਾਊਟ ਉਹਨਾਂ ਦਾ ਲਿਟਰੇਰੀ ਕੈਰੀਅਰ ਸਟਾਰਟ ਹੁੰਦਾ। ਤੇ ਇੱਕ ਮਹਾਨ ਜਿਹੜੇ ਰਾਈਟਰ ਆ, ਉਹਨਾਂ ਨੇ ਬਹੁਤ ਹੀ ਛੋਟੇ, ਬਹੁਤ ਹੀ ਘੱਟ ਟਾਈਮ ਪੀਰੀਅਡ ਦੇ ਵਿੱਚ ਇੰਨਾ ਲਿਟਰੇਚਰ ਲਿਖਤਾ। ਹਾਲਾਂਕਿ ਉਹਦੇ ਉੱਪਰ ਕਿੰਤੂ ਪਰੰਤੂ ਵੀ ਹੁੰਦੀ ਰਹੀ ਆ ਕਿ ਉਹ ਲਿਖਿਆ ਕਿਸੇ ਹੋਰ ਨੇ ਸੀ। ਉਹਨਾਂ ਚੋਂ ਕਾਫੀ ਚੀਜ਼ਾਂ ਤੇ ਨਾਮ ਇਹ ਕਮਾ ਗਏ, ਹਨਾ। ਬਾਈ ਦਿਸ ਟਾਈਮ ਹੀ ਸਟਾਰਟਡ ਅਰਨਿੰਗ ਅ ਲਿਵਿੰਗ ਐਜ਼ ਐਨ ਐਕਟਰ। ਬਣ ਗਏ ਸੀ, ਪਲੇ ਰਾਈਟ ਬਣ ਗਏ ਸੀ ਲੰਡਨ ਦੇ ਵਿੱਚ। ਤੇ ਕੁਝ ਇੱਕ ਪਲੇ ਉਹਨਾਂ ਨੇ ਪ੍ਰੋਡਿਊਸ ਵੀ ਕੀਤੇ ਸੀ। 2 years ਲੇਟਰ, ਕੁਝ ਟਾਈਮ ਬਾਅਦ, 1594 ਦੇ ਨੇੜੇ ਤੇੜੇ, ਹੀ ਬਿਕੇਮ ਅ ਲੀਡਿੰਗ ਮੈਂਬਰ ਆਫ ਲਾਰਡ ਚੈਂਬਰਲੇਨਜ਼ ਮੈਨ। ਇੱਕ ਥੀਏਟਰ ਸੀਗਾ ਲਾਰਡ ਚੈਂਬਰਲੇਨਜ਼ ਮੈਨ, ਐਕਟਿੰਗ ਕੰਪਨੀ ਕਹਿ ਸਕਦੇ ਆਪਾਂ ਲੰਡਨ ਦੇ ਵਿੱਚ। ਉਹਨਾਂ ਦੇ ਲੀਡਿੰਗ ਜਬ ਵਨ ਆਫ ਦਾ ਜਿਹੜੇ ਮਤਲਬ ਮੇਨ ਉੱਥੇ ਮੈਂਬਰ ਹੁੰਦੇ ਆ, ਉਹ ਬਣ ਗਏ ਸੀ। ਜਾਂ ਇਹ ਕਹਿ ਲਓ ਕਿ ਉਹ ਮਾਲਕ ਸੀ ਇੱਕ ਤਰ੍ਹਾਂ ਨਾਲ ਉਸ ਕੰਪਨੀ ਦੇ, ਜਿਹਦੇ ਵਿੱਚ ਹੋਰ ਵੀ ਕੁਝ ਲੋਕਾਂ ਦਾ ਸ਼ੇਅਰ ਸੀਗਾ, ਹੈ ਨਾ। ਆਫਟਰ ਦਾ ਕਰਾਊਨਿੰਗ ਆਫ ਕਿੰਗ ਜੇਮਸ I in 1603, the company changed its name to the Kingsman। ਜੇਮਸ I ਜਦੋਂ ਗੱਦੀ ਤੇ ਬਹਿੰਦੇ ਆ, ਜਦੋਂ ਰਾਣੀ ਐਲਿਜ਼ਾਬੈਥ ਦੀ ਡੈਥ ਹੁੰਦੀ ਆ, ਤਾਂ ਜਿਹੜਾ ਇਹ ਕੰਪਨੀ ਸੀਗੀ, ਥੀਏਟਰ ਸੀ ਇਹਨਾਂ ਦਾ, ਜਾਂ ਲੰਡਨ ਦੇ ਵਿੱਚ ਐਕਟਿੰਗ ਕੰਪਨੀ ਸੀ, ਇਹਦਾ ਨਾਂ ਚੇਂਜ ਕਰਕੇ ਕਿੰਗਸਮੈਨ ਰੱਖ ਦਿੱਤਾ ਜਾਂਦਾ ਹੈ, ਹਨਾ। ਨੈਕਸਟ, ਸ਼ੇਕਸਪੀਅਰ ਪ੍ਰੋਡਿਊਸਡ most of his known works between 1589 to 1613। 1599 ਤੋਂ ਲੈ ਕੇ 1613 ਤੱਕ ਹੀ ਉਹਨਾਂ ਨੇ ਜਿਹੜੇ ਆਪਣੇ ਬੈਸਟ ਪਲੇ ਸੀ ਜਾਂ ਜ਼ਿਆਦਾਤਰ ਵਰਕ ਕੀਤਾ ਸੀ ਉਹਨਾਂ ਨੇ, ਹਨਾ। ਤਾਂ 1616 ਦੇ ਵਿੱਚ ਤਾਂ ਇਹਨਾਂ ਦੀ ਡੈਥ ਹੀ ਹੋ ਜਾਂਦੀ ਹੈ, ਹਨਾ।
1613 ਤੱਕ ਇਹ ਜਿਹੜੇ ਹੈਗੇ ਆ ਸੰਨਿਆਸ ਲੈ ਲੈਂਦੇ ਆ ਲਿਖਣ ਤੋਂ। ਉਸ ਤੋਂ ਵੀ ਪਹਿਲਾਂ 1610 ਦੇ ਵਿੱਚ ਪਬਲਿਕ ਲਾਈਫ ਆ ਜਿਹੜੀ ਲੋਕਾਂ ਨਾਲ ਮਿਲਵਰਤਨ ਵਗੈਰਾ ਛੱਡ ਦਿੰਦੇ ਆ, ਇਸ ਤਰ੍ਹਾਂ ਦਾ ਹੈਗਾ। ਲਿਟਰੇਰੀ ਕੈਰੀਅਰ 1613 ਚ ਜਾ ਕੇ ਛੱਡਦੇ ਆ ਨਾ ਦੋਸਤੋ। ਨੈਕਸਟ ਪੁਆਇੰਟ, ਮੋਸਟ ਆਫ ਹਿਸ ਪਲੇਜ਼ ਵਰ ਰਿਟਨ ਐਜ਼ ਕੁਆਰਟੋ ਟੈਕਸਟ। ਕੁਆਰਟੋ ਟੈਕਸਟ ਦੇ ਵਿੱਚ ਲਿਖੇ ਗਏ ਆ ਜ਼ਿਆਦਾਤਰ ਪਲੇ। ਸ਼ੀਟ ਆਫ ਪੇਪਰ ਫੋਲਡਡ 4 ਵੇਜ਼, ਇੱਕ ਸ਼ੀਟ ਹੁੰਦੀ ਸੀ 4 ਵੇਜ਼, 4 ਪਾਸੋਂ ਜਿਹੜੀ ਮੋੜੀ ਹੋਈ ਇੱਕ ਪੇਪਰ ਦੀ ਜਿਹੜੀ ਹੈਗੀ ਹੈ, ਕਿਉਂਕਿ ਉਦੋਂ ਕਾਗਜ਼ ਦਾ ਉਸ ਤਰੀਕੇ ਨਾਲ ਜਿਹੜਾ ਹੈਗਾ ਮਤਲਬ ਖੋਜ ਨਹੀਂ ਸੀ ਹੋਈ ਜਿੱਦਾਂ ਦਾ ਅੱਜ ਆਪਾਂ ਕਾਗਜ਼ ਜਾਂ ਯੂਜ਼ ਕਰ ਰਹੇ ਹਾਂ, ਕਾਗਜ਼ ਉਸ ਤਰ੍ਹਾਂ ਨਾਲ ਨਹੀਂ ਸੀ ਖੋਜ ਹੋਈ। A few of his plays were printed in his lifetime, ਜਦੋਂ ਜਿੰਦੇ ਸੀਗੇ ਉਦੋਂ ਕੁਝ ਇੱਕ ਹੀ ਉਹਨਾਂ ਦੇ ਜਿਹੜੇ ਪਲੇ ਆ ਪ੍ਰਿੰਟ ਹੋਏ। though they appeared more voluminously after his death, ਉਹਨਾਂ ਦੀ ਡੈਥ ਤੋਂ ਬਾਅਦ ਉਹ ਵੱਡੇ ਵੱਡੇ ਵੋਲਿਊਮਸ ਦੇ ਵਿੱਚ ਜਿਹੜੇ ਹੈਗੇ ਪਬਲਿਸ਼ ਹੋਏ। ਨੈਕਸਟ, his first collection of works was printed in 1623, ਉਹਨਾਂ ਦੀ ਡੈਥ ਤੋਂ ਬਾਅਦ ਪਹਿਲੀ ਵੋਲਿਊਮ ਆ ਜਿਹੜੀ ਉਹਨਾਂ ਦੇ ਵਰਕਸ ਦੀ ਇਕੱਠਾ ਵੋਲਿਊਮ ਇੱਕ ਤਿਆਰ ਹੋਇਆ, ਉਹ ਹੋਇਆ ਜੀ 1623 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਜੀ, ਸ਼ੇਕਸਪੀਅਰ ਰਿਟਾਇਰਡ ਟੂ ਸਟ੍ਰੇਟਫੋਰਡ ਸਮ ਈਅਰਸ ਬਿਫੋਰ ਹਿਸ ਡੈਥ, ਉਹਨਾਂ ਦੀ ਡੈਥ ਕੁਝ ਟਾਈਮ ਪਹਿਲਾਂ ਉਹ ਆਪਣੇ ਹੋਮ ਟਾਊਨ ਜਾਂ ਆਪਣੇ ਟਾਊਨ ਜਾ ਕੇ ਉੱਥੇ ਰਹਿਣ ਲੱਗ ਗਏ ਸੀ। ਕਿੱਥੇ? ਸਟ੍ਰੇਟਫੋਰਡ, ਜਿੱਥੇ ਉਹਨਾਂ ਦਾ ਜਨਮ ਹੋਇਆ, ਐਵੋਨ ਦੇ ਵਿੱਚ। ਆਫਟਰ 1606 1607 ਸ਼ੇਕਸਪੀਅਰ ਰੋਟ ਫੀਵਰ ਪਲੇਜ਼, ਕਾਫੀ ਘੱਟ ਪਲੇ ਲਿਖੇ। ਨਨ ਆਰ ਐਟਰੀਬਿਊਟਡ ਟੂ ਹਿਮ ਆਫਟਰ 1613, 1613 ਤੋਂ ਬਾਅਦ ਉਹਨਾਂ ਨੇ ਮਤਲਬ ਨਹੀਂ ਲਿਖਿਆ ਕੋਈ ਵੀ ਪਲੇ। 1608 ਤੋਂ ਲੈ ਕੇ 1613 ਤੱਕ ਉਹਨਾਂ ਨੇ ਜਿਹੜੇ ਪਲੇ ਲਿਖੇ 3-4 ਹੀ ਸੀਗੇ, ਉਹ ਬੇਸਿਕਲੀ 4 ਹੋਣੇ ਜਾਂ 3 ਹੋਣੇ, ਤੇ ਉਹ ਜੌਨ ਫਲੈਚਰ ਨਾਲ ਲਿਖੇ ਜਾਂ ਕਿਸੇ ਨਾਲ ਕੋਲੈਬੋਰੇਟ ਕਰਕੇ ਲਿਖੇ ਹੈ ਨਾ। ਸੋ ਨੈਕਸਟ ਪੁਆਇੰਟ, ਹਿਸ ਲਾਸਟ 3 ਪਲੇਜ਼ ਵਰ ਕੋਲੈਬੋਰੇਸ਼ਨ ਸੀਗੀਆਂ, ਲਾਸਟ 3 ਜਿਹੜੇ ਪਲੇ ਸੀ ਪ੍ਰੋਬੇਬਲੀ ਵਿਦ ਜੌਨ ਫਲੈਚਰ। ਆ ਗਿਆ ਉਹੀ ਪੁਆਇੰਟ, ਹੂ ਸਕਸੀਡਡ ਹਿਮ ਐਜ਼ ਦਾ ਹਾਊਸ ਪਲੇ ਰਾਈਟ ਫॉर ਕਿੰਗਸਮੈਨ, ਜਿਨ੍ਹਾਂ ਨੇ ਉਹਨੂੰ ਕਿਹਨੂੰ? ਸ਼ੇਕਸਪੀਅਰ ਨੂੰ ਕਿੰਗਸਮੈਨ ਜਿਹੜੀ ਉਹਨਾਂ ਦੀ ਕੰਪਨੀ ਸੀ, ਕੁਛ ਇੱਕ ਪਾਰਟਨਰ ਸੀਗੇ ਦੇ ਵਿੱਚ, ਜੌਨ ਫਲੈਚਰ ਉਹ ਪਾਰਟਨਰ ਸੀ ਜਿਨ੍ਹਾਂ ਨੇ ਵਿਲੀਅਮ ਸ਼ੇਕਸਪੀਅਰ ਨੂੰ ਆਪਦੇ ਜਿਹੜੇ ਉਹਨਾਂ ਦਾ ਇੱਕ ਕੰਪਨੀ ਸੀਗੀ ਕਿੰਗਸਮੈਨ, ਜੇਮਸ 1 ਦੇ ਗੱਦੀ ਤੇ ਬੈਠਣ ਤੋਂ ਬਾਅਦ ਉਸੇ ਕਿੰਗਸਮੈਨ ਦੇ ਲਈ ਉਹ ਪਲੇ ਲਿਖਣ ਲੱਗ ਪਏ ਵਿਲੀਅਮ ਸ਼ੇਕਸਪੀਅਰ। ਤੇ ਇੱਕ ਗੱਲ ਹੋਰ ਇੱਥੇ ਕਰਨੀ ਜ਼ਰੂਰੀ ਬਣ ਜਾਂਦੀ ਹੈ ਕਿ ਉਹਨਾਂ ਨੇ ਕੋਈ ਫੇਮ ਲਈ ਨਹੀਂ ਸੀ ਲਿਖੇ ਵਿਲੀਅਮ ਸ਼ੇਕਸਪੀਅਰ ਨੇ, ਉਹਨਾਂ ਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਉਹ ਸਿਰਫ ਪੈਸੇ ਲਈ ਲਿਖਦੇ ਸੀਗੇ। ਉਹ ਇਹ ਗੱਲ ਮਤਲਬ ਥਿਊਰੀ ਮਤਲਬ ਨਿਕਲ ਕੇ ਆਉਂਦੀ ਹੈ ਬਾਹਰ। ਤੇ ਉਸ ਤੋਂ ਬਾਅਦ ਸ਼ੇਕਸਪੀਅਰ ਡਾਈਡ ਔਨ 23 ਅਪ੍ਰੈਲ 1616, 23 ਅਪ੍ਰੈਲ 1616 ਨੂੰ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਜਦੋਂ ਪਲੇ ਲਿਖਦੇ ਆ ਤਾਂ ਕਾਫੀ ਸਾਰਾ ਪੈਸਾ ਆ ਜਾਂਦਾ, ਫਿਰ ਉਹ ਸਟ੍ਰੇਟਫੋਰਡ ਐਵੋਨ ਦੇ ਵਿੱਚ ਕੁਝ ਜਗ੍ਹਾ ਪ੍ਰਾਪਰਟੀ, ਤੇ ਉਸ ਤੋਂ ਬਾਅਦ ਲੰਡਨ ਦੇ ਵਿੱਚ ਕਾਫੀ ਸਾਰੀ ਪ੍ਰਾਪਰਟੀ ਉਹ ਬਣਾ ਲੈਂਦੇ ਆ, ਤੇ ਬੜੇ ਹੀ ਸ਼ਾਰਟ ਸਪੈਨ ਆਫ ਟਾਈਮ ਦੇ ਨਾਲ ਉਹ ਪ੍ਰਾਪਰਟੀ ਡਬਲ ਰੇਟਸ ਹੋ ਜਾਂਦੇ ਆ, ਤਾਂ ਇਸ ਕਰਕੇ ਪੈਸਾ ਬਹੁਤ ਆ ਜਾਂਦਾ ਉਹਨਾਂ ਕੋਲੇ, ਹੈ ਨਾ। ਸ਼ੇਕਸਪੀਅਰਸ ਲਿਟਰੇਰੀ ਲਾਈਫ ਕੈਨ ਬੀ ਡਿਵਾਈਡਡ ਇਨਟੂ 4 ਮੇਨ ਪੀਰੀਅਡਸ, 4 ਪੀਰੀਅਡ ਚ ਡਿਵਾਈਡ ਕਰਦੇ। ਇਹਨਾਂ ਦੇ ਵਰਕ ਬਹੁਤ ਹੈ ਨਾ, ਇਸ ਕਰਕੇ ਵਰਕ ਕਿੰਨੇ ਆ ਦਾ ਆਪਾਂ ਇੱਕ ਥੋੜਾ ਜਿਹਾ ਦੇਖਦੇ ਹਾਂ। ਪਲੇ ਇਹਨਾਂ ਦੇ ਹੈਗੇ ਆ ਪਲੇ 37 ਪਲੇ ਲਿਖੇ ਆ ਇਹਨਾਂ ਨੇ। ਇਹ ਗੱਲ ਵੱਖਰੀ ਆ ਕਿ ਕਿਤੇ 38 ਹੈਗਾ, ਕਿਤੇ 39 ਹੈਗਾ, ਬਟ ਜੇ ਤੁਹਾਨੂੰ ਕੁਐਸਚਨ ਆ ਜਾਂਦਾ 37 ਪਲੇ ਵੀ ਕਿੰਨੇ ਲਿਖੇ ਆ, 37, ਇਹੀ ਆਨਸਰ ਸਹੀ ਆਏਗਾ, ਠੀਕ ਹੈ ਜੀ। ਉਸ ਤੋਂ ਬਾਅਦ 154 ਉਹਨਾਂ ਨੇ ਕੀ ਲਿਖੇ? ਸੋਨੇਟ। ਸੋਨੇਟ ਕੀ ਹੁੰਦਾ ਦੋਸਤੋ? ਇੱਕ ਸੌਂਗ ਹੁੰਦਾ ਹੈ ਨਾ, ਖੁਸ਼ੀ ਦਾ ਸੌਂਗ ਕਹਿ ਸਕਦੇ ਆਪਾਂ, ਗੀਤ ਹੁੰਦਾ। ਤੇ ਉਸ ਤੋਂ ਬਾਅਦ ਇਹਨਾਂ ਨੇ 2 ਪੋਇਮਸ ਲਿਖੀਆਂ, ਹੈ ਨਾ। ਵੈਸੇ ਤਾਂ 3 ਵੀ ਕਹਿੰਦੇ ਆ, ਬੇਸਿਕਲੀ ਜਿਹੜੀਆਂ ਇਹਨਾਂ ਨੂੰ ਐਟਰੀਬਿਊਟਡ ਨੇ ਉਹ 2 ਹੀ ਲਿਖੀਆਂ ਆਪਾਂ, ਹੈ ਨਾ, ਵਿਲੀਅਮ ਸ਼ੇਕਸਪੀਅਰ ਸਾਹਿਬ ਨੇ। ਤਾਂ ਇਹਨਾਂ ਨੇ 4 ਡਿਵਾਈਡ ਕੀਤੇ ਆ ਪੀਰੀਅਡ ਲਿਟਰੇਚਰ ਜਿੰਨਾ ਵੀ ਇਹਨਾਂ ਨੇ ਲਿਖਿਆ ਸ਼ੇਕਸਪੀਅਰ ਸਾਹਿਬ ਨੇ। ਇੱਕ 1594 ਤੋਂ ਪਹਿਲਾਂ ਦਾ, ਕਿਉਂਕਿ 1564 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ, ਤੇ 1594 ਤੋਂ ਪਹਿਲਾਂ ਜੋ ਲਿਖਿਆ ਕਿਹੜੇ ਕਿਹੜੇ ਲਿਖੇ ਮੇਨ ਇੱਥੇ ਦਿੱਤੇ ਹੋਏ ਆ। ਕਿੰਗ ਰਿਚਰਡ 3 ਦਾ ਕਾਮੇਡੀ ਆਫ ਐਰਰਸ। ਉਸ ਤੋਂ ਬਾਅਦ 1594 ਤੋਂ 1600 ਤੱਕ ਕਿਹੜੇ ਲਿਖੇ, ਮਤਲਬ 6 ਸਾਲ ਅੱਗੇ ਇਹਨਾਂ ਨੂੰ ਦੂਜੇ ਪੀਰੀਅਡ ਚ ਡਿਵਾਈਡ ਕੀਤਾ। ਹੈਨਰੀ 5 ਮਿਡਸਮਰ ਨਾਈਟ ਡ੍ਰੀਮ, ਇਹ ਲਿਖੇ ਇਦਾਂ ਦੇ ਨਾ, ਹੋਰ ਵੀ ਸੀਗੇ। 1601 ਤੋਂ ਲੈ ਕੇ 1608 ਤੱਕ ਮੈਕਬੈਥ, ਕਿੰਗ ਲੀਅਰ ਐਟਸੈਟਰਾ ਇਹ ਲਿਖੇ। ਫਿਰ ਪੋਸਟ 1608 1608 ਤੋਂ ਬਾਅਦ ਕਿਹੜੇ ਲਿਖੇ ਹੈ ਨਾ, ਸਿੰਬੇਲਾਈਨ, ਦਾ ਟੈਂਪੈਸਟ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦਾ 2 ਨੋਬਲ ਕਿੰਗਸਮੈਨ, ਇਦਾਂ ਦੇ ਲਿਖੇ ਹੈ ਨਾ। ਤਾਂ ਨੈਕਸਟ ਆਪਾਂ ਹੁਣ ਗੱਲ ਕਰਾਂਗੇ ਜਿਹੜਾ ਇਹਨਾਂ ਦਾ ਸੀਗਾ ਫਸਟ ਲਿਟਰੇਰੀ ਪੀਰੀਅਡ, ਉਹਦੇ ਬਾਰੇ ਦੋਸਤੋ ਗੱਲ ਕਰਾਂਗੇ। ਇਹ ਚੱਲਿਆ ਜੀ 1585 to 1594, 8-9 ਸਾਲ ਹੈ ਨਾ। In his first literary period, Shakespeare wrote
26 ਸੋਨੇਟਸ ਤੁਹਾਨੂੰ ਪੁੱਛ ਸਕਦਾ ਕੋਈ, ਵੈਸੇ ਬਹੁਤ ਘੱਟ ਚਾਂਸਸ ਹੁੰਦੇ ਆ ਇਹ ਚੋਂ ਤਾਂ ਕਾਮਨ ਕੁਐਸਚਨ ਆਉਂਦੇ ਆ, ਪੈਟ ਜੇ ਕੁਐਸਚਨ ਬਣਦੇ ਆ ਕੋਈ 40 50, ਮਤਲਬ ਉਹਨਾਂ ਦੇ ਵਿੱਚੋਂ ਹੀ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਆ ਹਨਾ। ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿ ਪਹਿਲਾ ਪੀਰੀਅਡ ਸੀਗਾ ਜਿਹੜਾ ਉਹਦੇ ਵਿੱਚ 26 ਸੋਨੇਟਸ ਲਿਖੇ ਉਹਨਾਂ ਨੇ, ਤੇ ਨਾਲ ਦੀ ਨਾਲ ਪਲੇ ਕਿੰਨੇ ਲਿਖੇ 7 ਪਲੇ। ਇਹ ਧਿਆਨ ਰੱਖਣੀਆਂ ਥੋੜ੍ਹੀਆਂ ਜਿਹੀਆਂ ਗੱਲਾਂ, ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਕਿ ਫਸਟ ਪੀਰੀਅਡ ਸੀ ਕਦੋਂ ਤੋਂ ਕਦੋਂ ਤੱਕ ਸੀਗਾ, ਠੀਕ ਹੈ 85 to 94 ਤੱਕ, ਤੇ ਉਹਦੇ ਵਿੱਚ ਕਿੰਨੇ ਪਲੇ ਲਿਖੇ, ਕਿੰਨੇ ਸੋਨੇਟ ਲਿਖੇ, ਇਹ ਵੀ ਪੁੱਛਿਆ ਜਾ ਸਕਦਾ। ਸੈਕੰਡ ਜੀ, ਪਲੇ ਆਫ ਦਿਸ ਪੀਰੀਅਡ ਆਲਸੋ ਸ਼ੋ ਦਾ ਇਨਫਲੂਐਂਸ ਆਫ ਕ੍ਰਿਸਟੋਫਰ ਮਾਰਲੋਵ। ਉਹੀ ਗੱਲ ਤੁਹਾਨੂੰ ਦੱਸੀ ਸੀ ਨਾ ਲਾਸਟ ਲੈਕਚਰ ਦੇ ਵਿੱਚ, ਕ੍ਰਿਸਟੋਫਰ ਮਾਰਲੋਵ ਸਾਹਿਬ ਦੇ ਲੈਕਚਰ ਦੇ ਵਿੱਚ, ਕਿ ਕਿਤੇ ਨਾ ਕਿਤੇ ਕ੍ਰਿਸਟੋਫਰ ਮਾਰਲੋਵ ਸਾਹਿਬ ਸੀਗੇ ਜਿਹੜੇ ਉਹਨਾਂ ਨੂੰ ਸਪਾਈ ਮੰਨਿਆ ਜਾਂਦਾ ਸੀ, ਤੇ ਉਹਨਾਂ ਨੂੰ ਅਸੈਸੀਨੇਟ ਕਰਵਾ ਦਿੱਤਾ ਗਿਆ। ਲੋਕ ਕਹਿੰਦੇ ਆ ਕਿ ਉਹ ਸਮਲੈਂਗਿਕ ਸੀਗੇ, ਹੋਮੋਸੈਕਸ਼ੂਅਲ, ਤੇ ਕੁਝ ਕਹਿ ਦਿੰਦੇ ਆ ਕਿ ਵਿਲੀਅਮ ਸ਼ੇਕਸਪੀਅਰ ਹੀ ਕ੍ਰਿਸਟੋਫਰ ਮਾਰਲੋਵ ਨੇ। ਪਹਿਲਾਂ ਕ੍ਰਿਸਟੋਫਰ ਮਾਰਲੋਵ ਸਾਹਿਬ ਨੇ ਆਪਣੀ ਆਇਡੈਂਟੀਟੀ ਲੁਕਾਉਣ ਲਈ ਇੱਕ ਡਰਾਮਾ ਰਚਿਆ ਕਿ ਉਹ ਮਰ ਚੁੱਕਾ ਤੇ ਵਿਲੀਅਮ ਸ਼ੇਕਸਪੀਅਰ ਇੰਟਰੋਡਿਊਸ ਹੁੰਦੇ ਆ ਹਨਾ। ਵੱਖਰੀਆਂ ਵੱਖਰੀਆਂ ਥਿਊਰੀਜ਼ ਹੁੰਦੀਆਂ। ਫਸਟ ਲਿਟਰੇਰੀ ਪੀਰੀਅਡ ਆ ਜਿਹੜਾ, ਉਹਦੇ ਵਿੱਚ ਲਿਖਿਆ ਹੈਨਰੀ ਸਿਕਸਥ ਪਾਰਟ 1 to 3, ਰਿਚਰਡ 3, ਟਾਈਟਸ ਐਂਡਰੋਨਿਕਸ, ਕਾਮੇਡੀ ਆਫ ਐਰਰਸ, ਟੇਮਿੰਗ ਆਫ ਦਾ ਸ਼ਰੀਊ, ਸ਼ੇਕਸਪੀਅਰਸ ਪੋਇਮਸ ਵੀਨਸ ਐਂਡ ਐਡੋਨੀਅਸ, ਰੇਪ ਆਫ ਦਾ ਲਿਟਰੇਸੀ। ਇਹ ਦੋ ਪੋਇਮਾਂ ਮੇਨ ਨੇ ਉਹਦੀਆਂ ਵਿਲੀਅਮ ਸ਼ੇਕਸਪੀਅਰ ਦੇ। ਪਹਿਲਾ ਜਿਹੜਾ ਉਹਦਾ ਪੀਰੀਅਡ ਸੀਗਾ ਲਿਟਰੇਰੀ, ਉਹਦੇ ਵਿੱਚ ਹੀ ਲਿਖ ਚੁੱਕੇ ਸੀਗੇ ਉਹ। ਹੁਣ ਆਪਾਂ ਗੱਲ ਕਰਾਂਗੇ ਸੈਕੰਡ ਲਿਟਰੇਰੀ ਪੀਰੀਅਡ। ਇਹ ਕਿੱਥੋਂ 1594 ਤੋਂ ਲੈ ਕੇ 1600 ਤੱਕ, 6-7 ਸਾਲ ਜਿੰਨੇ ਵੀ ਆਪਾਂ ਕਹਿ ਦਈਏ, ਇਹ ਸੈਕੰਡ ਲਿਟਰੇਰੀ ਪੀਰੀਅਡ ਆ। ਇਹਨਾਂ ਨੂੰ ਹਿੱਸਿਆਂ 'ਚ ਵੰਡ ਲਿਆ ਗਿਆ ਕਿਉਂਕਿ ਇਹਨਾਂ ਦੇ ਵਰਕ ਬਹੁਤ ਸੀਗੇ। ਜੇ ਆਪਾਂ ਕ੍ਰਿਸਟੋਫਰ ਮਾਰਲੋਵ ਸਾਹਿਬ ਨੂੰ ਕਹੀਏ, ਉਹਨਾਂ ਨੇ ਪਲੇ ਹੀ 6 ਲਿਖੇ ਹਨਾ, ਕੁਝ ਇੱਕ ਪੋਇਮ ਲਿਖੀਆਂ ਤੇ 4 ਮੇਰੇ ਖਿਆਲ 3, ਤੇ ਉਹਨੂੰ ਜੇ ਆਪਾਂ ਕਹੀਏ ਕਿ ਹਿੱਸਿਆਂ 'ਚ ਵੰਡਣਾ ਤਾਂ ਨਹੀਂ ਵੰਡਿਆ ਹੋਊਗਾ ਜਾ ਸਕਦਾ ਉਹ। ਇਹਨਾਂ ਨੇ ਪਲੇ ਲਿਖੇ 37, 154 ਸੋਨੇਟਸ, 2 ਪੋਇਮਸ ਤੇ ਹੋਰ ਬਹੁਤ ਕੁਝ ਲਿਖਿਆ ਇਹਨਾਂ ਨੇ ਹਨਾ। ਤੇ ਸ਼ੇਕਸਪੀਅਰ ਸੈਕੰਡ ਪੀਰੀਅਡ ਇਜ਼ ਐਟਰੀਬਿਊਟਡ ਟੂ ਹਿਸ ਕ੍ਰੋਨਿਕਲ ਹਿਸਟਰੀ ਪਲੇ ਐਂਡ ਜੋਇਸ ਕਾਮੇਡੀ। ਦੂਜਾ ਜਿਹੜਾ ਪੀਰੀਅਡ ਸੀਗਾ ਉਹਦੇ ਵਿੱਚ ਬੇਸਿਕਲੀ ਕੀ ਸੀ, ਇੱਕ ਤਾਂ ਕਾਮੇਡੀ ਸੀਗੀਆਂ ਤੇ ਦੂਜਾ ਹਿਸਟਰੀ ਸੀ, ਹਿਸਟੋਰਿਕ ਪਲੇ ਕਹਿ ਸਕਦੇ ਆਪਾਂ। ਦਿਸ ਪੀਰੀਅਡ ਕਨਸਟੀਟਿਊਟਸ ਹਿਸਟੋਰੀਕਲ ਪਲੇ ਸੱਚ ਐਜ਼ ਰਿਚਰਡ ਸੈਕੰਡ ਵਗੈਰਾ ਸੀ, ਇਹ 'ਚ ਹੈਨਰੀ 4 ਪਾਰਟ 1 and 2 ਸੀ, ਹੈਨਰੀ 5 ਸੀ। ਕਾਮੇਡੀ ਸੀਗੀਆਂ ਜਿਵੇਂ ਮਿਡਸਮਰ ਨਾਈਟ ਡ੍ਰੀਮ, ਦਾ ਮਰਚੈਂਟ ਆਫ ਵੈਨਿਸ, ਮਚ ਐਡੋ ਅਬਾਊਟ ਨਥਿੰਗ, ਐਜ਼ ਯੂ ਲਾਈਕ ਇਟ, ਟਵੈਲਥ ਨਾਈਟ। ਤੇ ਇਹ ਇੰਨੇ ਸਾਰੇ ਵਰਕ ਹੈਗੇ ਆ, ਇਹਨੂੰ ਤੋਂ ਡਰਨ ਦੀ ਜਾਂ ਇਹਨੂੰ ਰੱਟਾ ਲਾਉਣ ਦੀ ਲੋੜ ਨਹੀਂ। ਇਹਦੇ ਵਿੱਚੋਂ ਬੜੇ ਪੈਟ ਜਿਹੇ ਕੁਐਸਚਨ ਆਉਂਦੇ ਜਿਹੜੇ ਆਪਾਂ MCQs ਦੇ ਵਿੱਚ ਕਵਰ ਕਰਾਂਗੇ ਤਾਂ ਤੁਹਾਨੂੰ ਬੜੇ ਈਜ਼ੀਲੀ ਯਾਦ ਹੋ ਜਾਣੇ ਆ। ਤੇ ਜੇ ਇੰਨਾ ਲੈਂਥੀ ਆਪਾਂ 12-13 ਪੇਜਸ ਦਾ ਵਿਲੀਅਮ ਸ਼ੇਕਸਪੀਅਰ ਡਿਸਕ੍ਰਾਈਬ ਕਰ ਰਹੇ ਆ ਤਾਂ ਉਹ 'ਚ ਡਰਨ ਵਾਲੀ ਕੋਈ ਗੱਲ ਨਹੀਂ ਕਿ ਕਿਵੇਂ ਯਾਦ ਕਰਾਂਗੇ, ਬਹੁਤ ਸੌਖੇ ਕੁਐਸਚਨ ਆ ਜੀ। ਨੈਕਸਟ ਪੁਆਇੰਟ, ਦਿਸ ਪੀਰੀਅਡ ਸ਼ੋਜ਼ ਪ੍ਰੋਗਰੈਸ ਇਨ ਸ਼ੇਕਸਪੀਅਰਸ ਡਰਾਮੈਟਿਕ ਆਰਟ। ਇਹ ਜਿਹੜਾ ਪੀਰੀਅਡ ਸੀ ਇਹਦੇ ਵਿੱਚ ਇਹਨਾਂ ਦੀ ਡਰਾਮੈਟਿਕ ਆਰਟ ਨੂੰ ਬਹੁਤ ਹੀ ਪ੍ਰਫੁੱਲਤ ਹੁੰਦੇ ਦੇਖਿਆ ਗਿਆ। ਥਰਡ ਲਿਟਰੇਰੀ ਪੀਰੀਅਡ 1601 ਤੋਂ ਲੈ ਕੇ 1608 ਤੱਕ ਹੁੰਦਾ, ਤੇ ਇਹਦੇ ਵਿੱਚ ਥਰਡ ਪੀਰੀਅਡ ਦੇ ਵਿੱਚ ਲਿਟਰੇਰੀ ਲਾਈਫ ਦੇ ਵਿੱਚ ਕੀ ਲਿਖਿਆ ਉਹਨਾਂ ਨੇ। ਸ਼ੇਕਸਪੀਅਰ ਮੋਸਟਲੀ ਰੋਟ ਟ੍ਰੈਜਡੀਜ਼ ਔਰ ਰੋਮਾਂਸਿਸ। ਰੋਮਾਂਸ ਦੇ ਵਿੱਚ ਵੀ ਟ੍ਰੈਜਿਕ ਐਂਡ ਹੁੰਦਾ ਸੀਗਾ। ਨੈਕਸਟ ਪੁਆਇੰਟ, ਸਮ ਆਫ ਸ਼ੇਕਸਪੀਅਰਸ ਮੋਸਟ ਫੇਮਸ ਟ੍ਰੈਜਡੀਜ਼ ਆਰ ਰਿਟਨ ਇਨ ਦਿਸ ਪੀਰੀਅਡ। ਜਿਹੜੀਆਂ ਸਭ ਤੋਂ ਮਹਾਨ ਹੋਈਆਂ ਉਹਨਾਂ ਦੀਆਂ ਟ੍ਰੈਜਡੀ ਜੋ ਇਸੇ ਪੀਰੀਅਡ 'ਚ ਲਿਖੀਆਂ ਗਈਆਂ, ਫੋਰ ਐਗਜ਼ਾਮਪਲ ਹੈਮਲੈਟ, ਓਥੈਲੋ, ਇਹ ਤੇ ਇੱਕ ਫਿਲਮ ਵੀ ਬਣੀ ਆ ਓਥੈਲੋ ਤੇ, ਇਟ ਵਾਜ਼ ਇਨ 2007 ਔਰ 8 ਨੀਅਰ ਅਬਾਊਟ। ਸੋ ਓਥੈਲੋ ਦੇ ਉੱਪਰ ਫਿਲਮ ਬਣੀ ਹੈ ਜੀ ਓਮਕਾਰਾ, ਐਂਡ ਇਹਦੇ ਵਿੱਚ ਫੀਚਰਿੰਗ ਸੀਗੀ ਮਤਲਬ ਇੱਕ ਅਜੇ ਦੇਵਗਨ, ਵਿਵੇਕ ਓਬਰਾਏ ਐਂਡ ਆਈ ਥਿੰਕ ਇਟ ਵਾਜ਼ ਕਰੀਨਾ ਕਪੂਰ। ਦੇਖਣ ਵਾਲੀ ਫਿਲਮ ਆ, ਬਹੁਤ ਵਧੀਆ। ਕਿੰਗ ਲੀਅਰ, ਮੈਕਬੈਥ, ਐਂਟਨੀ ਐਂਡ ਕਲੀਓਪੈਟਰਾ, ਹਿਸ ਬਿਟਰ ਕਾਮੇਡੀਜ਼, ਕੁਛ ਇੱਕ ਬਿਟਰ ਕਾਮੇਡੀਜ਼ ਸੀਗੀਆਂ, ਆਲ ਇਜ਼ ਵੈਲ ਦੈਟ ਐਂਡਸ ਵੈਲ, ਮੀਅਰ ਫॉर ਮੀਅਰ, ਤੇ ਇਹ ਪੀਰੀਅਡ ਨਾਲ ਸੰਬੰਧਿਤ ਸੀਗੀਆਂ ਇਹ। ਨੈਕਸਟ ਪੁਆਇੰਟ, ਦਾ ਡਾਰਕਨੈਸ, ਬਿਟਰਨੈਸ, ਸੈਡਨੈਸ that characterizes the works of this period। ਇਹਦੇ ਵਿੱਚ ਡਾਰਕ ਕਾਮੇਡੀ ਸੀ, ਬਹੁਤ ਹੀ ਦੁਖਾਂਤ ਸੀਗਾ, ਬਿਟਰ ਸਚਾਈ ਸੀ ਲੋਕਾਂ ਦੀ ਹੈ ਨਾ, ਤਾਂ ਬਿਟਰਨੈਸ ਸੀ, ਸੈਡਨੈਸ ਸੀਗੀ ਆਪਣਾ ਟ੍ਰੈਜਡੀਜ਼ ਦੇ ਵਿੱਚ, ਇਹਨਾਂ ਟ੍ਰੈਜਡੀਜ਼ ਦੇ ਵਿੱਚ। perhaps influenced by the events in the Shakespeare's own life, his father's death in 1601। ਇਹ ਜਿਹੜੀਆਂ ਟ੍ਰੈਜਡੀਜ਼ ਸੀਗੀਆਂ ਇਹਨਾਂ ਦੀ ਖੁਦ ਦੀ ਲਾਈਫ ਤੋਂ ਕਾਫੀ ਪ੍ਰਭਾਵਿਤ ਸੀਗੀਆਂ। 1601 ਦੇ ਵਿੱਚ ਜਿਵੇਂ ਕਿ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਆ, ਉਸ ਤੋਂ ਬਾਅਦ ਐਗਜ਼ੀਕਿਊਸ਼ਨ ਆਫ ਅਰਲ ਆਫ ਅਸੈਕਸ ਬਾਈ ਐਲਿਜ਼ਾਬੈਥ। ਐਲਿਜ਼ਾਬੈਥ ਜਿਹੜੀ ਹੈਗੀ ਆ ਉਹ ਅਰਲ ਆਫ ਅਸੈਕਸ ਨੂੰ ਮਤਲਬ ਗ੍ਰਿਫਤਾਰ ਕਹਿ ਸਕਦੇ ਆ ਜਾਂ ਬੰਦੀ ਬਣਾ ਲੈਂਦੇ ਆ, ਤੇ ਡਿਸਟ੍ਰੈਸਫੁਲ ਸਟੇਟ ਆਫ ਹਿਸ ਫਰੈਂਡਸ ਲਾਈਫ ਇਸ ਪੀਰੀਅਡ ਦਰਮਿਆਨ। ਨੈਕਸਟ, fourth literary period 1608 to 16
13 ਇਹਦੇ ਵਿੱਚ ਕੀ ਹੁੰਦਾ ਦੋਸਤੋ ਲਾਸਟ ਪੀਰੀਅਡ ਦੇ ਵਿੱਚ ਡਿਊਰਿੰਗ ਲੇਟ ਈਅਰਸ ਆਫ ਹਿਸ ਲਾਈਫ ਸ਼ੇਕਸਪੀਅਰ ਰੋਟ 3 ਪਲੇਜ਼ ਕਿੰਨੇ ਪਲੇ ਲਿਖਦਾ ਉਹ 3 ਪਲੇ ਇਹਨੂੰ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਆ ਕਈ ਵਾਰ ਇਦਾਂ ਹੀ ਪੁੱਛ ਲੈਂਦਾ ਸਿੰਪਲ ਕੁਐਸਚਨ ਕਿ 4th ਫੇਜ਼ ਦੇ ਵਿੱਚ ਕਿੰਨੇ ਪਲੇ ਲਿਖੇ ਯੂ ਹੈਵ ਟੂ ਆਨਸਰ 3 ਪਲੇਜ਼ ਓਨਲੀ ਸੋ ਉਹ ਪਲੇ ਕਿਹੜੇ ਸੀ ਵਿੰਟਰਸ ਟੇਲ ਸਿੰਬੇਲਾਈਨ ਦਾ ਟੈਂਪੈਸਟ ਹੁਣ ਤੁਸੀਂ ਕਹੋਗੇ ਕਿ ਇਹਦੇ ਵਿੱਚ ਹੀ ਉਹਦਾ ਲਾਸਟ ਪਲੇ ਹੋਣਾ ਕੋਈ ਨਹੀਂ ਉਹ ਹੋਰ ਆ ਉਹ ਦੇਖਾਂਗੇ ਆਪਾਂ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਕਿ ਵਿਲੀਅਮ ਸ਼ੇਕਸਪੀਅਰ ਸਾਹਿਬ ਦਾ ਲਾਸਟ ਪਲੇ ਜਿਹੜਾ ਸੀਗਾ ਸੋ ਚੌਥੇ ਪੀਰੀਅਡ ਚ 3 ਪਲੇ ਸੀ ਵਿੰਟਰਸ ਟੇਲ ਸਿੰਬੇਲਾਈਨ ਦਾ ਟੈਂਪੈਸਟ ਪਲੇਜ਼ ਆਫ ਦਿਸ ਪੀਰੀਅਡ ਆਰ ਕਰੈਕਟਰਾਈਜ਼ਡ ਬਾਈ ਦ ਗ੍ਰੇਵ ਸਾਈਨਿਸਿਜ਼ਮ ਐਂਡ ਰੈਜ਼ਿਗਨੇਸ਼ਨ ਦੁਨਿਆਵੀ ਇਹ ਤੋਂ ਭੱਜਣ ਵਾਲੀ ਗੱਲ ਹੈ ਨਾ ਬਹੁਤ ਦੁਖਾਂ ਚ ਚਲੇ ਜਾਣਾ next this period also include works of collaboration such as Henry VII and the two noble kinsmen ਤੇ ਇਹਦੇ ਵਿੱਚ ਜਿਹੜਾ ਦਾ ਟੂ ਨੋਬਲ ਕਿਨਸਮੈਨ ਆ ਇਹ ਜਿਹੜਾ ਹੈਗਾ ਸੀ ਉਹਨਾਂ ਦਾ ਲਾਸਟ ਪਲੇ ਸੀ ਬਟ ਇਟ ਵਾਸ ਇਨ ਕੋਲੈਬੋਰੇਸ਼ਨ ਵਿਦ ਆਈ ਥਿੰਕ ਜੌਨ ਫਲੈਚਰ ਇਹ ਆਪਾਂ ਪੜ੍ਹ ਲਵਾਂਗੇ ਕਿਤੇ ਨੈਕਸਟ ਆਪਾਂ ਨੈਕਸਟ ਦੋਸਤੋ ਗੱਲ ਕਰੀਏ ਤਾਂ ਸ਼ੇਕਸਪੀਅਰਸ ਪਲੇਜ਼ ਇਨ ਕ੍ਰੋਨੋਲੋਜੀਕਲ ਆਰਡਰ ਇੱਕ ਕ੍ਰੋਨੋਲੋਜੀ ਦੇ ਵਿੱਚ ਹੈ ਨਾ ਬਸ ਇਹ ਯਾਦ ਰੱਖੋ ਇੰਨਾ ਨਹੀਂ ਜ਼ਰੂਰੀ ਕੋਈ ਵੀ ਆਪਾਂ ਰੱਟੇ ਲਗਾਣੇ ਆ ਤੇ ਜੇ ਆਪਾਂ ਨੂੰ ਕੱਲਾ ਇੱਕ ਵਾਰੀ ਗੋ ਥਰੂ ਹੋਣਾ ਜ਼ਰੂਰੀ ਆ ਪਲੇਸ ਦੇ ਵਿੱਚੋਂ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਵਿਲੀਅਮ ਸ਼ੇਕਸਪੀਅਰ ਦੇ ਪਲੇ ਹੈ ਕਿਹੜੇ ਆ ਵੈਸੇ ਤਾਂ ਇਹਦੇ ਪਲੇ ਜਿਹੜੇ ਹੈਗੇ ਆ ਬਹੁਤ ਯੂਨੀਕ ਜਿਹੇ ਨੇਮ ਆ ਤੇ ਤੁਹਾਨੂੰ ਉਦਾਂ ਹੀ ਪਤਾ ਚੱਲ ਜਾਂਦਾ ਕਿ ਪਲੇ ਵਿਲੀਅਮ ਸ਼ੇਕਸਪੀਅਰ ਦੇ ਹੋ ਸਕਦੇ ਆ ਦ ਟੂ ਜੈਂਟਲਮੈਨ ਆਫ ਵੈਰੂਨਾ 1589 ਤੋਂ ਲੈ ਕੇ 1591 ਤੱਕ ਇਹਦੇ ਦਰਮਿਆਨ ਲਿਖਿਆ ਗਿਆ ਦ ਟੇਮਿੰਗ ਆਫ ਦ ਸ਼ਰੀਵ 1590 ਤੋਂ ਲੈ ਕੇ 1594 ਤੱਕ ਹੈ ਨਾ ਤਾਂ ਇਹ ਡੇਟਸ ਇਦਾਂ ਕਿਉਂ ਦਿੱਤੀਆਂ ਹੋਈਆਂ ਕਿਉਂਕਿ ਉਹ ਟਾਈਮ ਦੇ ਸੋਰਸ ਬਹੁਤ ਘੱਟ ਸੀਗੇ ਆਪਣੇ ਕੋਲੇ ਤੇ ਕੁਝ ਇੱਕ ਗੈਸ ਵਰਕ ਵੀ ਇੱਥੇ ਕੰਮ ਕਰਦਾ ਵੀ ਇਸ ਟਾਈਮ ਤੋਂ ਇਸ ਟਾਈਮ ਦੇ ਵਿੱਚ ਲਿਖਿਆ ਗਿਆ ਹੈ ਨਾ ਹੈਨਰੀ 6th ਪਾਰਟ 2 1590 to 1591 ਹੈਨਰੀ 6th ਪਾਰਟ 3 1591 ਦੇ ਵਿੱਚ ਹੈਨਰੀ 6th ਪਾਰਟ 1 1591 ਦੇ ਵਿੱਚ ਟਾਈਟਸ ਐਂਡਰੋਨਿਕਸ 1591 1592 Richard III 1592 1593 Edward III 1594 The Comedy of Errors very important 1594 ਦੇ ਵਿੱਚ Love's Labour Lost 1594 1595 Love's Labour Won 1595 1596 Richard II 1595 ਬਸ ਇੱਕ ਵਾਰੀ ਤੁਸੀਂ ਗੋ ਥਰੂ ਹੁੰਦੇ ਜਾਣਾ ਰੋਮੀਓ ਐਂਡ ਜੂਲੀਅਟ 1595 ਨੈਕਸਟ ਹੈ ਜੀ A Midsummer Night's Dream 1595 The Life and Death of King John 1596 The Merchant of Venice 1596 Henry IV Part 1 1596 1597 The Merry Wives of Windsor 1597 1598 Henry IV Part 2 1596 1597 Much Ado About Nothing 1598 1599 Henry V 1598 1599 Julius Caesar 1599 very important again as you like it ਇਹ ਵੀ important ਹੈ ਜੀ 1599 1600 ਹੈਮਲੇਟ ਸਭ ਤੋਂ ਘੈਂਟ ਮੈਨੂੰ ਬੜਾ ਮਤਲਬ ਦਾ ਟੈਂਪੈਸਟ ਤੇ ਹੈਮਲੇਟ ਪਰਸਨਲੀ ਬਹੁਤ ਪਸੰਦ ਆ 1599 1601 ਉਸ ਤੋਂ ਬਾਅਦ 12th ਨਾਈਟ 1601 ਦੇ ਵਿੱਚ ਉਸ ਤੋਂ ਬਾਅਦ ਟ੍ਰਾਇਲਸ ਐਂਡ ਕ੍ਰੈਸਿਡਾ 1602 ਦੇ ਵਿੱਚ ਉਸ ਤੋਂ ਬਾਅਦ ਮੀਅਰ ਫੋਰ ਮੀਅਰ 1603 1604 ਨੈਕਸਟ ਇਜ਼ ਓਥੈਲੋ ਜਿਹਦੀ ਆਪਾਂ ਗੱਲ ਕੀਤੀ ਹੈ ਓਮਕਾਰਾ ਫਿਲਮ ਬਣੀ ਹੈ ਹਿੰਦੀ ਬਾਲੀਵੁੱਡ ਦੇ ਵਿੱਚ ਜਿਹੜੀ 16034 ਦੇ ਵਿੱਚ ਕਿੰਗ ਲੀਅਰ ਵੈਰੀ ਇੰਪੋਰਟੈਂਟ 1605 1606 ਟਾਈਮਨ ਆਫ ਐਥਨਸ 1605 1606 ਮੈਕਬੈਥ ਵੈਰੀ ਇੰਪੋਰਟੈਂਟ 1606 ਐਂਟਨੀ ਐਂਡ ਕਲੀਓਪੈਟਰਾ 1606 all is well that ends well very important 1606 1607 ਪੈਰੀਕਲਸ ਪ੍ਰਿੰਸ ਆਫ ਟਾਇਰ ਇਹ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਪੈਰੀਕਲਸ ਦਾ ਦੂਜਾ ਨੇਮ ਕੀ ਹੈ ਪ੍ਰਿੰਸ ਆਫ ਟਾਇਰ ਜਾਂ ਪ੍ਰਿੰਸ ਆਫ ਟਾਇਰ ਦਾ ਦੂਜਾ ਨੇਮ ਕੀ ਹੈ ਪੈਰੀਕਲਸ 1607 ਕੋਰੀਓਲੈਨਸ 1608 The Winter's Tale very important 1609 1610 Cymbeline very important one of the last plays of William Shakespeare 1610 1611 The Tempest last play 1610 1611 Cardenio 1612 1613 एक collaboration ਸੀ ਕਿਹਦੇ ਨਾਲ ਫਲੈਚਰ ਜੌਨ ਫਲੈਚਰ ਦੇ ਨਾਲ Henry VIII ਔਰ all is true ਇਦਾਂ ਦੇ ਕੁਐਸਚਨ ਬਣਦੇ ਆ ਜੀ ਪੇਪਰ 'ਚ Henry VIII
ਵਿਲੀਅਮ ਸ਼ੇਕਸਪੀਅਰ ਨੇ ਲਿਖਿਆ ਜਿਹੜਾ, ਉਹਦਾ ਦੂਜਾ ਨਾਮ ਕੀ ਆ? ਆਲ ਇਜ਼ ਟਰੂ। ਜਾਂ ਫਿਰ ਆਲ ਇਜ਼ ਟਰੂ ਕਦੋਂ ਲਿਖਿਆ ਗਿਆ? 1603 ਦੇ ਵਿੱਚ। ਕਿਹਦੇ ਨਾਲ ਕੋਲੈਬੋਰੇਸ਼ਨ ਕਰਕੇ ਲਿਖਿਆ ਗਿਆ? ਜੌਨ ਫਲੈਚਰ ਦੇ ਨਾਲ। ਆਲ ਇਜ਼ ਟਰੂ ਦਾ ਦੂਜਾ ਨਾਮ ਹੈਨਰੀ VIII। ਨੈਕਸਟ ਆ ਦੋਸਤੋ ਬਹੁਤ ਇੰਪੋਰਟੈਂਟ ਨੇ, ਸ਼ੇਕਸਪੀਅਰਸ ਪਲੇਸ ਐਂਡ देयर ਸੋਰਸ। ਇਹ ਮੰਨ ਕੇ ਚੱਲੋ ਕਿ ਆਹ ਜਿਹੜੇ ਪਲੇ ਦਿੱਤੇ ਆ ਨਾ, ਇਹ ਤੇ ਨਿਗਾਹ ਜ਼ਰੂਰ ਮਾਰਨੀ ਹੈ ਕਿ ਕਿਹੜੇ ਦੇ ਪਲੇ, ਇਹਨੂੰ ਉੱਤੇ ਲਾ ਲੈਣਾ ਇੱਕ ਤਰੀਕੇ ਨਾਲ। ਦਾ ਕਾਮੇਡੀ ਆਫ ਐਰਰਸ, ਇਹਦਾ ਸੋਰਸ ਕਿਹੜਾ? ਸੋਰਸ ਕੀ ਹੁੰਦਾ ਕਿ ਆਪਾਂ ਕੋਈ ਬੁੱਕ ਲਿਖਦੇ ਆ ਹਨਾ, ਉਤੋਂ ਲਿਖਣ ਤੋਂ ਪਹਿਲਾਂ ਆਪਣੇ ਇੱਕ ਮਾਈਂਡ ਦੇ ਵਿੱਚ ਫਿਲਾਸਫੀ ਬਣਦੀ ਹੈ, ਸਬਕੌਨਸ਼ੀਅਸ ਮਾਈਂਡ ਦੇ ਵਿੱਚ, ਤੇ ਆਪਾਂ ਕੁਛ ਇੱਕ ਬੁੱਕਸ ਹੋਰ ਪੜ੍ਹੀਆਂ ਹੁੰਦੀਆਂ ਜਾਂ ਬੁੱਕ ਪੜ੍ਹੀ ਹੁੰਦੀ ਹੈ ਕੋਈ, ਉਹ ਤੋਂ ਆਪਾਂ ਬਹੁਤ ਇਨਫਲੂਐਂਸਡ ਹੁੰਦੇ ਆ ਤੇ ਉਹ ਆਪਣਾ ਸੋਰਸ ਬਣ ਜਾਂਦਾ ਨਵਾਂ ਬੁੱਕ ਲਿਖਣ ਦਾ। ਕਾਮੇਡੀ ਆਫ ਐਰਰਸ, ਇਹਦਾ ਸੋਰਸ ਹੈਗਾ ਦੋਸਤੋ ਪਲੈਟਸ ਮੈਨਚਮੀ। ਦਾ ਟੂ ਜੈਂਟਲਮੈਨ ਆਫ ਵੈਰੂਨਾ, ਇਹਦਾ ਸੋਰਸ ਕੀ ਹੈ ਜੀ? ਜਾਰਜ ਡੀ ਮੌਂਟਮੇਜਰਸ ਪਾਸਟੋਰਲ ਰੋਮਾਂਸ ਡਿਆਨਾ ਐਨਾਮੋਡੇ। ਐਜ਼ ਯੂ ਲਾਈਕ ਇਟ, ਇਹਦਾ ਸੋਰਸ ਕੀ ਹੈ ਦੋਸਤੋ? ਇਹ ਦੇਖੋ, ਜਾਂ ਤਾਂ ਟ੍ਰਿਕ ਨਾਲ ਯਾਦ ਕਰ ਲਓ ਇਹਨੂੰ, ਕਿਸੇ ਵਰਡ ਨੂੰ ਵਰਡ ਨਾਲ ਇੰਟਰਲਿੰਕ ਕਰਕੇ ਹੈ ਨਾ, ਕੋਈ ਟ੍ਰਿਕ ਬਣਾ ਲਓ। ਇਹ ਇਟ ਆਲ ਡਿਪੈਂਡਸ ਔਨ ਯੂ, ਪਰ ਇਹ 'ਚ ਕੁਐਸਚਨ ਪੱਕਾ ਆਊਗਾ, ਜੇ ਮਤਲਬ ਕੁਐਸਚਨ ਆਉਂਦਾ ਨਾ ਇਹਦੇ ਵਿੱਚ ਤਾਂ ਪੱਕਾ ਹੀ ਆਊਗਾ। ਥੋਮਸ ਲੌਡਜ ਰੋਜ਼ਾਲੈਂਡ, ਇਹ ਤੋਂ ਪ੍ਰਭਾਵਿਤ ਹੋ ਕੇ ਲਿਖਿਆ। ਰੋਮੋ ਨੈਕਸਟ ਹੈਗਾ ਜੀ ਰੋਮੀਓ ਐਂਡ ਜੂਲੀਅਟ, ਆਰਥਰ ਬਰੁਕਸ ਵਰਸ ਪੋਇਮ ਦਾ ਟ੍ਰੈਜੀਕਲ ਹਿਸਟਰੀ ਆਫ ਰੋਮੀਅਸ ਐਂਡ ਜੂਲੀਅਸ। Romeus and Juliet, Julius Caesar and other Roman plays. Thomas North's translation of Plutarch, Lives of Noble Grecians and Romans. Next is Hamlet, ਇਹ ਕਿੱਥੋਂ ਪ੍ਰਭਾਵਿਤ ਹੋ ਕੇ ਲਿਖਿਆ? Saxo Grammaticus Historia Danica. Next Othello, Cynthios Hectamthi, ਠੀਕ ਹੈ ਜੀ। ਇੱਕ ਪ੍ਰੋਨਾਂਸੀਏਸ਼ਨ ਕਿਤੇ ਹੋਊਗੀ 19 ਆਪਣੇ ਆਪ ਦੇਖ ਲਿਓ। ਮੈਕਬੈਥ, ਸਟੋਰੀਜ਼ ਫਰੋਮ ਹੋਲੈਂਡਸ਼ਾਇਰਸ ਕ੍ਰੋਨਿਕਲਸ ਆਫ ਸਕਾਟਲੈਂਡ, ਇਹ ਇੱਥੋਂ ਪ੍ਰਭਾਵਿਤ ਹੋ ਕੇ ਲਿਖਿਆ। ਇਹ ਸੋਰਸ ਨੇ ਜੀ ਇਹਨਾਂ ਦੇ ਹਨਾ। ਤੇ ਨੈਕਸਟ ਆਪਾਂ ਦੇਖਦੇ ਹਾਂ, ਦੋ ਕੀ ਰਹਿ ਗਏ। ਆਲ ਇਜ਼ ਵੈਲ ਦੈਟ ਐਂਡਸ ਵੈਲ, ਇਹ ਕਿੱਥੋਂ ਪ੍ਰਭਾਵਿਤ ਹੋ ਕੇ ਲਿਖਿਆ? ਇਹਦਾ ਸੋਰਸ ਸੀਗਾ ਵਿਲੀਅਮ ਪੇਂਟਰਸ ਪੈਲੇਸ ਆਫ ਪਲੇਜ਼ਰ, ਪੈਰੀਕਲਸ, ਜੌਨ ਗੋਵਰਸ ਕਨਫੈਸਿਓ ਅਮਾਂਟਿਸ, ਉਸ ਤੋਂ ਸਿੰਬਲਾਈਨ, ਬੋਕਾਸੀਓਸ ਡੈਕਾਮੇਰਨ, Winter's Tale, Robert Greene's Pastoral Romance Pondesto or The Triumph of Life। ਇਹਦੇ ਵਿੱਚ ਇਹ ਵੀ ਪੁੱਛਿਆ ਜਾਂਦਾ Winter's Tale ਦਾ ਜਿਹੜਾ ਹੈਗਾ Triumph of Life ਤੋਂ ਲਿਆ ਗਿਆ ਜਾਂ ਸੋਰਸ ਉਹਨੂੰ ਮੰਨਿਆ ਗਿਆ, ਤਾਂ ਉਹਦਾ ਦੂਜਾ ਨਾਮ ਕੀ ਹੈ? Triumph of Life ਦਾ। ਦੇਖੋ ਇੱਥੋਂ ਤੱਕ ਵੀ ਜਾ ਸਕਦੇ ਆ ਉਹ, ਤਾਂ ਤੁਸੀਂ ਲਿਖਣਾ ਰੋਬਰਟ ਗ੍ਰੀਨਜ ਪਾਸਟੋਰਲ ਰੋਮਾਂਸ ਪੰਡੈਸਟੋ, ਇਹਦਾ ਦੂਜਾ ਨਾਮ ਆ। ਜਾਂ ਫਿਰ ਲਿਖਿਆ ਕਿਹਨੇ ਆਹੋ ਜੀ ਸੋਰਸ? Winter's Tale ਦਾ ਜਿਹੜਾ ਸੋਰਸ ਆ, ਉਹ ਸੋਰਸ ਕਿਹਨੇ ਲਿਖਿਆ? ਰੋਬਰਟ ਗ੍ਰੀਨ ਨੇ, ਹੈ ਨਾ। ਉਸ ਤੋਂ ਬਾਅਦ ਇਹਦੀ ਕਾਮੇਡੀਜ਼ ਦੀ ਗੱਲ ਕਰਾਂਗੇ ਆਪਾਂ ਸ਼ੇਕਸਪੀਅਰ ਦੀ। ਸ਼ੇਕਸਪੀਅਰ ਪਰਫੈਕਟਡ ਦਾ ਜਨਰੇ ਆਫ ਰੋਮਾਂਟਿਕ ਕਾਮੇਡੀ, ਕਾਮੇਡੀ ਕਿੱਦਾਂ ਦੀ ਸੀ? ਰੋਮਾਂਸ ਵਾਲੀ ਸੀ ਉਹਨਾਂ ਦੀ। ਦਾ ਮੇਨ ਥੀਮ ਆਫ ਸ਼ੇਕਸਪੀਅਰਸ ਕਾਮੇਡੀ ਇਜ਼ ਲਵ, ਕੁਐਸਚਨ ਆ ਸਕਦਾ ਕਿ ਕਾਮੇਡੀ ਦਾ ਮੇਨ ਥੀਮ ਕੀ ਹੁੰਦਾ ਸੀ? ਲਵ ਹੁੰਦਾ ਸੀ। ਇਨਫੈਕਟ ਇਨ ਕਾਮੇਡੀ ਸਚ ਐਜ਼ ਯੂ ਲਾਈਕ ਇਟ ਹੀ ਇੰਪਾਰਟਸ ਅ ਰੀਅਲਿਸਟਿਕ ਟੱਚ ਟੂ ਲਵ ਐਂਡ ਕ੍ਰਿਟਿਕਸ ਦਾ ਪੈਟਰਾਰਚਨ ਆਈਡੀਆ ਆਫ ਲਵ। ਪੈਟਰਾਰਚਨ ਆਈਡੀਆ ਸੀ ਲਵ ਦਾ, ਜਿਹੜਾ ਉਹਨੂੰ ਮਤਲਬ ਇੱਕ ਤਰ੍ਹਾਂ ਨਾਲ ਆਲੋਚਨਾ ਕਰਦਾ, ਤੇ ਉਹਦੀਆਂ ਕਾਮੇਡੀ ਸੀਗੀਆਂ ਜਿਹੜੀਆਂ ਰੀਅਲਿਸਟਿਕ ਟੱਚ ਕੀ ਹੁੰਦਾ ਲਵ ਦੇ ਵਿੱਚ, ਉਹਨੂੰ ਅੱਗੇ ਲੈ ਕੇ ਆਉਂਦਾ, ਹਨਾ। ਇਸ ਤੋਂ ਬਾਅਦ ਦੋਸਤੋ, ਇਨ ਹਿਸ ਕਾਮੇਡੀਜ਼ ਲਵਰਸ ਯੂਜੂਅਲੀ ਐਕਸਪੀਰੀਅੰਸ ਅ ਸੈਟ ਆਫ ਆਬਸਟੈਕਲਸ ਬਿਫੋਰ ਦੇ ਗੈਟ ਯੂਨਾਈਟਿਡ ਇਨ ਦਾ ਹਾਰਮੋਨੀਅਸ ਯੂਨੀਅਨ। ਜਦੋਂ ਮਿਲਦੇ ਆ ਉਹ ਤੋਂ ਪਹਿਲਾਂ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਦੇ ਆ ਦੋ ਜਿਹੜੇ ਪ੍ਰੇਮੀ ਹੈਗੇ ਆ, ਹਨਾ। The play frequently ends with the marriage, ਮੈਰਿਜ ਹੋ ਜਾਂਦੀ ਹੈ ਐਂਡ ਦੇ ਵਿੱਚ, ਜਿਵੇਂ ਹਿੰਦੀ ਲਾਸਟ ਜਿਹੜੀਆਂ ਫਿਲਮਾਂ ਹੁੰਦੀਆਂ ਸੀ ਪੁਰਾਣੀਆਂ ਉਹਦੇ ਵਿੱਚ ਇਦਾਂ ਹੁੰਦਾ ਸੀ। ਔਰ ਸੈਲੀਬ੍ਰੇਸ਼ਨ, ਜਿਹੜਾ ਸੈਲੀਬ੍ਰੇਸ਼ਨ ਹੁੰਦਾ, all conflicts get resolved at the end, ਸਾਰੀਆਂ ਕਨਫਲਿਕਟ ਸਹੀ ਹੋ ਜਾਂਦੀਆਂ ਹਨ। ਸ਼ੇਕਸਪੀਅਰਸ ਰੋਮਾਂਟਿਕ ਕਾਮੇਡੀਜ਼ ਆਰ ਆਲ ਸੈਟ ਇਨ, ਜੇ ਤੁਹਾਨੂੰ ਕੋਈ ਕਵੇ ਸ਼ੇਕਸਪੀਅਰ ਦੀਆਂ ਰੋਮਾਂਟਿਕ ਕਾਮੇਡੀਜ਼ ਨੇ ਉਹ ਕਿੱਥੇ ਸੈੱਟ ਨੇ, ਹਨਾ, ਇਹ ਬੜਾ ਕੁਐਸਚਨ ਆਉਂਦਾ ਹੁੰਦਾ, ਤਾਂ ਉਹ ਐਨ ਇਮੈਜੀਨੇਟਿਵ ਵਰਲਡ ਫਾਰ ਅਵੇ ਫਰੋਮ ਦਾ ਡਲ ਐਂਡ ਡਰੀਅਰੀ ਵਰਲਡ ਆਫ ਦਾ ਐਵਰੀਡੇ ਲਾਈਫ, ਜਾਂ ਫਿਰ ਇਮੈਜੀਨੇਟਿਵ ਵਰਲਡ, ਸਿੱਧਾ ਇਹ ਆਨਸਰ ਹੋ ਸਕਦਾ। ਇਹ ਜਿਹੜਾ ਇਮੈਜੀਨੇਟਿਵ ਵਰਲਡ ਜਿੱਥੇ ਇਹਦੀਆਂ ਕਾਮੇਡੀ ਰੋਮਾਂਟਿਕ ਕਾਮੇਡੀ ਸੈੱਟ ਸੀਗੀਆਂ, ਉਹਦਾ ਐਗਜ਼ਾਮਪਲ ਆ ਜੀ ਜਿਵੇਂ ਦਾ ਮਿਡਸਮਰ ਨਾਈਟਸ ਡ੍ਰੀਮ ਆ, ਇਹ ਕਿੱਥੇ ਸੈੱਟ ਆ, ਜਾਣੀ ਕਿ ਇਮੈਜੀਨੇਟਿਵ ਵਰਲਡ ਕਿਹੜਾ ਉਹ? ਮੈਜਿਕ ਫੋਰੈਸਟ। ਇਹ ਯਾਦ ਰੱਖਿਓ ਜੀ, ਐਮ ਤੇ ਮੈਜਿਕ, ਐਮ ਤੇ ਮਿਡਸਮਰ ਨਾਈਟ, ਹੈ ਨਾ। ਇਹ ਥੋੜੀ ਜਿਹੀ ਟ੍ਰਿਕਸ ਆਪਾਂ ਅਪਣਾ ਸਕਦੇ, ਨਹੀਂ ਤਾਂ ਯਾਦ ਨਹੀਂ ਰਹਿੰਦਾ। ਕਿਵੇਂ ਨਹੀਂ ਯਾਦ ਰਹਿੰਦਾ? ਜਿਵੇਂ ਆ ਦੂਜਾ ਐਜ਼ ਯੂ ਲਾਈਕ ਇਟ, ਇਹ ਕਿੱਥੇ ਸੈੱਟ ਆ, ਜਾਣੀ ਕਿ ਸੈਟਿੰਗ ਕੀ ਹੈ ਇਹਦੀ, ਜਾਣੀ ਕਿ ਇਮੈਜੀਨੇਟਿਵ ਵਰਲਡ ਕਿਹੜਾ ਇਹ 'ਚ? ਦਾ ਫੋਰੈਸਟ ਆਫ ਆਰਡਨ। ਹੁਣ ਤੁਸੀਂ ਇਹ ਕਨਫਿਊਜ਼ ਕਰ ਸਕਦੇ ਹੋ, ਇੰਟਰਮਿੰਗਲ ਹੋ ਸਕਦਾ ਕਿ ਫੋਰੈਸਟ ਆਫ ਆਰਡਨ ਮਿਡਸਮਰ ਨਾਈਟ ਨੂੰ ਮਿਲਾ ਦਿਓ ਤੁਸੀਂ, ਐਜ਼ ਯੂ ਲਾਈਕ ਇਟ ਮੈਜਿਕ ਫੋਰੈਸਟ ਨੂੰ ਮਿਲਾ ਦਿਓ,
ਤਾਂ ਇਸ ਕਰਕੇ M ਫॉर ਮੈਜਿਕ, M ਫॉर ਮਿਡਸਮਰ ਨਾਈਟ ਡ੍ਰੀਮ, ਇਹ ਤਾਂ ਹੋ ਗਿਆ। ਤੇ ਜਿਹੜਾ ਰਹਿ ਗਿਆ ਐਜ਼ ਯੂ ਲਾਈਕ ਇਟ, ਉਹ ਦ ਫੋਰੈਸਟ ਆਫ ਆਰਡਨ, ਹਨਾ। ਜਾਂ ਇਹਨੂੰ ਕਿਸ ਤਰੀਕੇ ਨਾਲ ਹੋਰ ਟ੍ਰਿਕ ਬਣਾ ਸਕਦੇ ਹੋ ਤੁਸੀਂ, ਪੇਪਰ 'ਚ ਆਉਣ ਵਾਲੇ ਕੁਐਸਚਨ ਹੈ ਜੀ ਦੋਵੇਂ। However, even when the characters depart to the newer fanciful world, Shakespeare adds touches to the realism. Realism ਵੀ ਨੇੜੇ ਹੁੰਦੀਆਂ ਸੀ ਇਹ ਚੀਜ਼ਾਂ, ਚਾਹੇ ਫੈਂਸੀਫੁਲ ਹੁੰਦੀਆਂ ਸੀ ਕਾਮੇਡੀਜ਼ ਉਹਦੀਆਂ। ਸੋ cardinal characters of Shakespeare's romantic world, the union of realism and fantasy, ਇਹ ਵੀ ਉਹੀ ਗੱਲਬਾਤ ਆ। The most of Shakespeare's mature comedies, there is always addition of a philosophical insight. ਚਾਹੇ ਕਾਮੇਡੀ ਹੁੰਦੀ ਸੀ ਪਰ ਉਹਦੇ ਵਿੱਚ ਇੱਕ ਫਿਲਾਸਫੀ ਹੁੰਦੀ ਸੀ ਅੰਦਰ, ਜਿਹੜੀ ਕਿ ਬੰਦੇ ਨੂੰ ਕਿਤੇ ਨਾ ਕਿਤੇ ਤਰੀਕੇ ਨਾਲ ਉਹ ਸਮਝ ਆ ਜਾਂਦੀ ਸੀ, ਹੈ ਨਾ, ਹੱਸਦੇ ਹਸਾਉਂਦੇ ਆ। ਥਰੂ ਦਾ ਯੂਜ਼ ਆਫ ਹਿਊਮਰ, ਸ਼ੇਕਸਪੀਅਰ ਡੀਲਸ ਵਿਦ ਸੀਰੀਅਸ ਇਸ਼ੂਜ਼। ਹਿਊਮਰ, ਹਾਸੇ ਠੱਠੇ 'ਚ ਹੀ ਉਹ ਚੰਗੇ ਚੰਗੇ ਜਿਹੜੇ ਇਸ਼ੂ ਸੀਗੇ ਬਹੁਤ ਸੀਰੀਅਸ, ਉਹਨਾਂ ਨੂੰ ਉਹ ਮਤਲਬ ਅੱਗੇ ਪੇਸ਼ ਕਰ ਦਿੰਦਾ ਸੀਗਾ ਪਲੇ ਦੇ ਥਰੂ। ਜਿਵੇਂ ਕਿ ਐਜ਼ ਯੂ ਲਾਈਕ ਇਟ ਟੇਕਸ ਅਪ ਦਾ ਇਸ਼ੂ ਆਫ ਪਾਵਰ, ਕੋਰਟ ਪੋਲਿਟਿਕਸ, ਇਸ਼ੂ ਆਫ ਕ੍ਰੋਸ ਡਰੈਸਿੰਗ। ਬਹੁਤ ਧਿਆਨ ਦੇਣ ਵਾਲੀ ਗੱਲ ਆ ਜੀ, ਪੇਪਰ 'ਚ ਆਉਣ ਵਾਲਾ ਕੁਐਸਚਨ ਆ। ਐਜ਼ ਯੂ ਲਾਈਕ ਇਟ ਕਾਹਦਾ ਮੁੱਦਾ ਲੈ ਕੇ ਆਉਂਦਾ, ਕਾਹਦਾ ਮੁੱਦਾ ਅੱਗੇ ਦਿਖਾਉਂਦਾ? ਇਸ਼ੂ ਆਫ ਪਾਵਰ, ਕੋਰਟ ਪੋਲਿਟਿਕਸ, ਕੋਰਟ ਦੇ ਵਿੱਚ ਕਿੱਦਾਂ ਦੀ ਪੋਲਿਟਿਕਸ ਹੁੰਦੀ ਹੈ, ਇਸ਼ੂ ਆਫ ਕ੍ਰੋਸ ਡਰੈਸਿੰਗ, ਠੀਕ ਹੈ। ਉਸ ਤੋਂ ਬਾਅਦ ਹੈਗਾ ਜੀ ਕਾਮੇਡੀ ਆਫ ਐਰਰਸ। ਕਾਮੇਡੀ ਆਫ ਐਰਰਸ ਆ ਜਿਹੜਾ, ਇਹ ਕਿਹੜੇ ਇਸ਼ੂ ਨੂੰ ਦਿਖਾਉਂਦਾ? ਟੇਕਸ ਦਾ ਇਸ਼ੂ ਆਫ ਇਨਸੇਨਿਟੀ। ਇਹ ਕੁਐਸਚਨ ਆਇਆ ਹੋਇਆ ਜੀ ਪੇਪਰ 'ਚ, ਇਦਾਂ ਦੇ ਕੁਐਸਚਨ ਬਣਦੇ ਆ। ਜਿੱਥੇ ਵੀ ਮੈਂ ਜਿੰਨਾ ਵੀ ਸਿਲੇਬਸ ਕਵਰ ਕਰਵਾਉਂਗਾ ਤਾਂ ਤੁਹਾਨੂੰ MCQ ਜਿਹੜੇ ਇਹਨਾਂ 'ਚੋਂ ਬਣਦੇ ਆ ਨਾਲ ਦੀ ਨਾਲ ਹਾਈਲਾਈਟਡ ਹੋਣਗੇ, ਇਹਦੀ ਕੋਈ ਬਿਲਕੁਲ ਟੈਨਸ਼ਨ ਨਹੀਂ ਲੈਣੀ। ਤੇ ਉਹਨਾਂ ਨੂੰ ਬਸ ਤੁਸੀਂ ਆਪਣੀ ਨੋਟਬੁੱਕ ਜਿਹੜੇ ਨੋਟਸ ਬਣਾਓਗੇ ਉਹਦੇ ਵਿੱਚ ਹਾਈਲਾਈਟ ਕਰ ਲੈਣਾ ਦੋਸਤੋ। ਕਾਮੇਡੀ ਆਫ ਐਰਰਸ ਟੇਕਸ ਅਪ ਦਾ ਇਸ਼ੂ ਆਫ ਇਨਸੇਨਿਟੀ, ਇਹ ਧਿਆਨ ਰੱਖਿਓ। ਸ਼ੇਕਸਪੀਅਰਸ ਕਾਮੇਡੀਜ਼ ਕਿਹੜੀਆਂ ਕਿਹੜੀਆਂ ਨੇ? All is well that ends well, The Comedy of Errors, Love's Labour Lost, The Merchant of Venice, As You Like It, Cymbeline, Measure for Measure, Pericles, or The Prince of Tyre, Taming the Shrew, Twelfth Night, The Merry Wives of Windsor, The Midsummer Night Dream, Much Ado About Nothing, The Two Gentlemen of Verona, The Winter's Tale, or The Tempest। ਇਹ ਕਾਮੇਡੀ ਸੀਗੀਆਂ ਇਹਨਾਂ ਦੀਆਂ। ਸ਼ੇਕਸਪੀਰੀਅਨ ਟ੍ਰੈਜਡੀ ਦੇਖਦੇ ਕਿਹੜੀਆਂ ਨੇ ਇਹਦੀਆਂ। AC ਬ੍ਰੈਡਲੇ ਹੋਏ ਆ ਇੱਕ, ਉਹ ਕਹਿੰਦੇ ਜੀ ਟ੍ਰੈਜਡੀ ਕੈਨ ਬੀ ਡਿਵਾਈਡਡ ਇਨਟੂ 3 ਪਾਰਟ, 3 ਪਾਰਟ ਦੇ ਵਿੱਚ ਡਿਵਾਈਡ ਕਰ ਸਕਦੇ ਆ ਸ਼ੇਕਸਪੀਅਰ ਦੀਆਂ ਟ੍ਰੈਜਡੀਜ਼ ਨੂੰ। ਪਹਿਲਾ ਹੈਗਾ ਐਨ ਐਕਸਪੋਜੀਸ਼ਨ ਆਫ ਦਾ ਸਟੇਟ ਆਫ ਅਫੇਅਰਸ, ਦੂਜਾ ਹੈਗਾ ਜੀ ਦਾ ਬਿਗਨਿੰਗ, ਗਰੋਥ ਐਂਡ ਵਿਸਿਟਿਊਡਸ ਆਫ ਦਾ ਕਨਫਲਿਕਟ, ਤੀਜਾ ਹੈ ਜੀ ਦਾ ਫਾਈਨਲ ਕੈਟਾਸਟ੍ਰੋਫੀ ਔਰ ਟ੍ਰੈਜਿਕ ਆਊਟਕਮ। ਟ੍ਰੈਜਿਕ ਆਊਟਕਮ ਜਿਹੜੀ ਟ੍ਰੈਜਡੀ ਆ ਉਹਦੇ ਵਿੱਚੋਂ ਇੱਕ ਜਿਹੜੀ ਕੰਪਲੀਕੇਸ਼ਨ ਜਾਂ ਪ੍ਰੋਬਲਮ ਨਿਕਲ ਕੇ ਆਉਂਦੀ ਹੈ, ਕੈਟਾਸਟ੍ਰੋਫੀ ਉਹ ਕੀ ਹੁੰਦਾ, ਮਤਲਬ ਪੂਰਾ ਜੀ ਤੇ ਪਲਾਟ ਬੇਸਡ ਹੁੰਦਾ, ਹਨਾ। ਤਾਂ ਸ਼ੇਕਸਪੀਰੀਅਨ ਟ੍ਰੈਜਡੀ ਇਜ਼ ਪ੍ਰਾਇਮਰਲੀ ਕੰਸਰਨਡ ਵਿਦ ਵਨ ਪਰਸਨ, ਦੈਟ ਇਜ਼ ਟ੍ਰੈਜਿਕ ਹੀਰੋ। ਤੁਹਾਨੂੰ ਕੋਈ ਪੁੱਛੇ ਤਾਂ ਕਿਹਦੇ ਨਾਲ ਉਹ ਸੰਬੰਧਿਤ ਹੁੰਦੀ ਹੈ, ਕੰਸਰਨ ਕਰਦੀ ਹੈ, ਤਾਂ ਇੱਕੋ ਬੰਦੇ ਨਾਲ ਕੰਸਰਨਡ ਹੁੰਦੀ ਹੈ, ਦੈਟ ਇਜ਼ ਟ੍ਰੈਜਿਕ ਹੀਰੋ, ਜਿਹੜਾ ਉਸ ਪਲੇ ਜਾਂ ਟ੍ਰੈਜਡੀ ਦੇ ਵਿੱਚ ਫੋਕਸ, ਸੈਂਟਰ ਆਫ ਫੋਕਸ ਆ ਜਿਹੜਾ, ਹਨਾ। The tragic hero is a person, ਉਹ ਬੰਦਾ ਹੁੰਦਾ of high social state raised above the rest, high social state ਵਾਲਾ ਬੰਦਾ ਹੁੰਦਾ ਜਿਹੜਾ ਦੂਜਿਆਂ ਤੋਂ ਵੱਖਰਾ ਹੀ ਦਿੰਦਾ, ਹਨਾ। It is he who undergoes suffering as a result of his tragic flaw or error of judgment, ਹਨਾ। ਜੱਜਮੈਂਟ ਕਰਨ ਦੀ ਜਿਹੜੀ ਗਲਤੀ ਹੋ ਜਾਂਦੀ ਆ ਉਹ ਤੋਂ, ਜਾਂ ਉਹ ਇਸ ਤਰ੍ਹਾਂ ਦੀ ਦੁੱਖ 'ਚ ਫਸ ਜਾਂਦਾ ਕਿ ਨਾ ਚਾਹੁੰਦੇ ਹੋਏ ਵੀ, ਹਨਾ, ਉਹ ਤੋਂ ਗਲਤ ਹੋ ਜਾਂਦਾ ਕੁਛ ਨਾ ਕੁਛ, ਤੇ ਉਹ ਸਫਰ ਕਰਦਾ ਸਾਰੇ ਪਲੇ ਦੇ ਦਰਮਿਆਨ, ਹਨਾ। ਤਾਂ ਰੀਅਲ ਲਾਈਫ ਨੂੰ ਲੈ ਕੇ ਸਾਰੇ ਇਹਨਾਂ ਨੇ ਲਿਖੇ ਆ। ਇਨ ਕੇਸ ਆਫ ਸ਼ੇਕਸਪੀਅਰਸ ਓਥੈਲੋ, ਫੋਰ ਇੰਸਟੈਂਸ, ਟ੍ਰੈਜਡੀ ਅਕਰਸ ਐਜ਼ ਅ ਰਿਜ਼ਲਟ ਆਫ ਓਥੈਲੋਜ਼ ਟ੍ਰੈਜਿਕ ਫਲਾ, ਸੈਕਸ਼ੂਅਲ ਜੈਲਸੀ। ਆਹ ਫਿਰ ਕੁਐਸਚਨ ਬਣ ਗਿਆ ਦੋਸਤੋ। ਓਥੈਲੋ ਜਿਹੜਾ ਹੈਗਾ ਉਹ ਓਮਕਾਰਾ ਫਿਲਮ ਬਣੀ ਜੀ, ਤੇ ਉਹ ਓਥੈਲੋ ਗੱਲ ਕਰਦੇ ਆ। ਇਹਦੇ ਵਿੱਚ ਜਿਹੜਾ ਹੈਗਾ ਇਹਦਾ ਥੀਮ ਕੀ ਆ, ਤੁਹਾਨੂੰ ਇਹ ਪੁੱਛ ਸਕਦਾ ਅਗਲਾ। ਤਾਂ ਉਹ ਹੈਗਾ ਜੀ ਸੈਕਸ਼ੂਅਲ ਜੈਲਸੀ। ਕਿਹੜੇ ਇਸ਼ੂ ਨੂੰ ਅੱਗੇ ਲੈ ਕੇ ਆਉਂਦੀ ਹੈ? ਸੈਕਸ਼ੂਅਲ ਜੈਲਸੀ, ਹੈ ਨਾ। ਦ ਟ੍ਰੈਜਡੀ ਐਂਡਸ ਵਿਦ ਦ ਡੈਥ ਆਫ ਦ ਟ੍ਰੈਜਿਕ ਹੀਰੋ। ਇਹ ਟ੍ਰੈਜਡੀ ਉਦਾਂ ਕਿਵੇਂ ਐਂਡ ਹੁੰਦੀਆਂ ਨੇ? ਜਿਹੜਾ ਟ੍ਰੈਜਿਕ ਹੀਰੋ ਆ ਵਿਚਾਰਾ, ਹਨਾ, ਉਹਦੇ ਡੈਥ ਨਾਲ ਐਂਡ ਹੁੰਦੀਆਂ, ਹਨਾ। ਹਾਊਐਵਰ ਈਵਨ ਦੋ ਦਾ ਹੀਰੋ ਡਾਈਜ਼, ਮਰ ਜਾਂਦਾ ਹੀਰੋ, ਮੋਰਲ ਆਰਡਰ ਇਜ਼ ਇਵੈਂਚੁਅਲੀ ਰੀਸਟੋਰਡ ਐਟ ਦਾ ਐਂਡ, ਜਿਹੜੀ ਇੱਕ ਸੱਚਾਈ ਆ ਉਹਦੀ ਜਿੱਤ ਹੁੰਦੀ ਆ, ਜਾਂ ਇੱਕ ਇਹ ਫੀਲ ਹੁੰਦਾ ਵੀ ਹਾਂ ਇਹ ਬੰਦਾ ਸਹੀ ਸੀਗਾ। ਨੈਕਸਟ ਹੈ ਜੀ ਆਪਣੇ ਕੋਲ ਦੋਸਤੋ ਸ਼ੇਕਸਪੀਅਰਸ ਟ੍ਰੈਜਡੀਜ਼, ਇਹਦੀ ਲਿਸਟ ਆ। ਰੋਮੀਓ ਐਂਡ ਜੂਲੀਅਟ ਹੈਗੀ ਆ,
ਮੈਕਬੈਥ ਹੈਗੀ ਆ, ਕਿੰਗ ਲੀਅਰ, ਹੈਮਲੇਟ, ਓਥੈਲੋ, ਟਾਈਟਸ ਐਂਡਰੋਨਿਕਸ, ਦ ਟ੍ਰੈਜਡੀ ਆਫ ਜੂਲੀਅਸ ਸੀਜ਼ਰ, ਐਂਟਨੀ ਐਂਡ ਕਲੈਪੈਟਰਾ, Coriolanus, Cymbeline, The Life of Timon of Athens, The History of Tralles and Cressida। ठीक है दोस्तों, वेरी सिंपल। शेक्सपीयर्स अगे है दोस्तों, शेक्सपीयर्स हिस्टोरिकल प्ले। ये हिस्टोरिकल प्ले किहड़े आ दोस्तों? शेक्सपीयर्स प्राइमरी सोर्स फॉर हिस्टोरिकल प्ले वाज रैफियल। आ देखो बहुत इंपॉर्टेंट आ, जे तुहानूं कोई पुछे सीधा ही पुछूगा हिस्टोरिकल प्लेज दा जिहड़ा सोर्स किहड़ा, वो की है जी? रैफियल, हॉलिनशेड्स क्रॉनिकल्स ऑफ इंग्लैंड, स्कॉटलैंड एंड आयरलैंड। आ सारा याद कर लो, देखो हिस्टोरिकल प्ले दा सोर्स आए रैफियल, हॉलिनशेड्स क्रॉनिकल्स ऑफ इंग्लैंड, आयरलैंड, स्कॉटलैंड। ठीक है जी। जोइन एम मैर्कर आइडेंटिफाइज सम सिग्निफिकेंट फीचर्स ऑफ शेक्सपीयर्स हिस्ट्री प्ले दे कुछ फीचर डिस्क्राइब करता है बंदा मैसर। शेक्सपीयर्स हिस्ट्री प्ले यूजुअली हैव एपिसोडिक प्लॉट्स। ਜਿਹੜੇ हिस्ट्री प्ले ਆ ਉਹਦੇ ਵਿੱਚ ਕੀ ਆ? एपिसोड ਹੁੰਦੇ ਆ, ਹਨਾ। unified primarily by their presentation of significant events from the reign of one monarch. They reflect the political ideology of the chronicle history books as well as the personal bias of the playwright. playwright ਦਾ ਆਪਣਾ ਵੀ ਕੁਝ ਨਜ਼ਰੀਆ ਹੁੰਦਾ ਤੇ political ideology ਹੁੰਦੀ ਹੈ ਜਿਹੜੀ ਉਹਨੂੰ ਵੀ ਅੱਗੇ ਲੈ ਕੇ ਆਉਂਦਾ, ਹਨਾ। हिस्ट्री प्ले ਦੇ ਵਿੱਚ ਹੋਰ ਕੀ ਹੁੰਦਾ? they may usually contain element of both tragedy and comedy। tragedy ਤੇ comedy ਦੋਨਾਂ ਨੂੰ ਮਿਕਸ ਵੀ ਕੀਤਾ ਜਾਂਦਾ, ਔਰ exhibit the traits of just one of these genres। ਜਾਂ ਦੋਨਾਂ ਚੋਂ tragedy ਤੇ comedy ਦੇ ਵਿੱਚੋਂ ਕੁਛ ਇੱਕ ਦੀਆਂ ਵਿਸ਼ੇਸ਼ਤਾਵਾਂ ਨੂੰ ਉਹਦੇ ਵਿੱਚ ਪਾ ਕੇ ਉਹਨੂੰ ਹਿਸਟਰੀ ਪਲੇ ਬਣਾ ਲਿਆ ਜਾਂਦਾ। ਠੀਕ ਹੈ ਦੋਸਤੋ। for instance in addition to being history plays, Shakespeare's Richard II, Richard III are tragedies and Henry IV Part 1 and Henry V are comedies। ਇਹ tragedies ਦੇ ਵਿੱਚ ਵੀ ਆਉਂਦੀਆਂ ਨੇ ਤੇ comedies ਦੇ ਵਿੱਚ ਵੀ ਆਉਂਦੀਆਂ ਨੇ ਦੋਸਤੋ। ਉਸ ਤੋਂ ਬਾਅਦ ਆਪਾਂ ਲਿਸਟ ਦੇਖਦੇ ਹਾਂ ਜੀ Shakespearean historical plays। ਕਿਹੜੇ ਕਿਹੜੇ ਨੇ? King John, Richard II, Henry IV Part 1, Henry V, Henry VI Part 1, Henry VI Part 3, Henry VIII, Edward III, Henry IV Part 1, Henry V, Henry VI Part 2, Richard III also considered a tragedy। ਇਹਨੂੰ tragedy ਦੇ ਵਿੱਚ ਵੀ ਲਿਆ ਜਾਂਦਾ। ਵੈਸੇ ਕੀ ਨੇ ਉੱਪਰ ਲਿਖਿਆ? historical plays ਹੈ ਨਾ। ਸ਼ੇਕਸਪੀਅਰਸ ਰੋਮਨ ਪਲੇਜ਼। ਹੁਣ ਕੁਛ ਇੱਕ ਪਲੇ ਕੀ ਨੇ? ਰੋਮਨ ਨੇ, ਜਿਨ੍ਹਾਂ ਦੀ ਸੈਟਿੰਗ ਕਿੱਥੇ ਹੁੰਦੀ ਹੈ? ਹਮੇਸ਼ਾ ਜੇ ਤੁਹਾਨੂੰ ਕੋਈ ਪੁੱਛੇ ਕਿ ਰੋਮਨ ਪਲੇਜ਼ ਦੀ ਸੈਟਿੰਗ ਕਿੱਥੇ ਹੁੰਦੀ ਆ, ਰੋਮ ਦੇ ਵਿੱਚ ਹੁੰਦੀ ਆ। ਤੁਸੀਂ ਆਨਸਰ ਇਹ ਲਿਖਣਾ Shakespeare's Roman plays, though Julius Caesar, Antony and Cleopatra and Coriolanus are included under tragedies। ਇਹ tragedies ਦੇ ਅੰਦਰ ਇਹਨਾਂ ਨੂੰ ਮੰਨਿਆ ਜਾਂਦਾ, yet they are also sometimes considered by critics in separate category known as Roman plays। ਇਹਨਾਂ ਨੂੰ Roman plays ਵੀ ਕਿਹਾ ਜਾਂਦਾ ਹੈ ਨਾ। ਕਿਹੜੇ ਕਿਹੜੇ? Julius Caesar, Antony and Cleopatra, Coriolanus ਟ੍ਰੈਜਡੀਜ਼ ਨੇ, ਪਰ ਇਹਨਾਂ ਨੂੰ ਰੋਮਨ ਪਲੇ ਵੀ ਮੰਨਿਆ ਜਾਂਦਾ। ਰੋਮਨ ਪਲੇ ਜਿਹੜੀ ਟਰਮ ਆ ਉਹ ਸ਼ੇਕਸਪੀਅਰ ਵਾਸਤੇ ਸਪੈਸ਼ਲ ਦਿੱਤੀ ਕਿਸੇ ਬੰਦੇ ਨੇ, ਉਹਦਾ ਨਾਮ ਵੀ ਆਪਾਂ ਅੱਗੇ ਪੜਾਂਗੇ। all these plays are set in Rome। ਆ ਗਿਆ ਜੀ। deal with similar subjects, same ਜੇ subject ਹੁੰਦੇ, make use of the same source। same source ਦਾ use ਕਰਦੇ ਆ। ਕਿਹੜਾ source? North's translation of Plutarch's Lives। ਉਸ ਤੋਂ ਬਾਅਦ ਪੀਟਰ ਜੇ ਲਿਹਰਟ ਕਹਿੰਦੇ ਨੇ cites certain common features of Shakespeare's Roman plays। ਕੁਛ ਇੱਕ ਰੋਮਨ ਪਲੇਜ਼ ਦੇ ਫੀਚਰ ਦੱਸਦੇ ਆ, ਉਹ ਨੀਚੇ ਲਿਖਿਆ। ਦੇ ਆਰ ਆਲ ਸੈਟ ਇਨ ਏਨਸ਼ੀਐਂਟ ਰੋਮ। ਏਨਸ਼ੀਐਂਟ ਰੋਮ ਦੇ ਵਿੱਚ ਸੈਟ ਨੇ ਐਂਡ ਵਰ ਸਟੇਜਡ ਇਨ ਰੋਮਨ ਕਾਸਟਿਊਮ ਐਂਡ ਰੋਮਨ ਸੈਟਸ। ਤੇ ਰੋਮ ਦਾ ਜਿਹੜਾ ਕਾਸਟਿਊਮ ਹੁੰਦਾ ਉਹਦੇ ਵਿੱਚ ਹੀ ਪਲੇ ਕੀਤੇ ਜਾਂਦੇ ਆ ਤੇ ਰੋਮਨ ਸੈਟ ਵੀ ਰੋਮਨ ਹੀ ਹੁੰਦੇ ਆ ਰੋਮ ਦੇ, ਹਨਾ। ਇਹਦੇ ਵਿੱਚ ਕੀ ਹੈ ਜੀ? ਰੋਮਨ ਪਲੇਸ ਦੇ ਵਿੱਚ ਬਲੱਡ, ਵਾਇਲੈਂਸ ਐਂਡ ਮਾਹਿਮ ਆਰ ਇੰਪੋਰਟੈਂਟ ਫੀਚਰਸ ਆਫ ਥੀਸ ਪਲੇਸ। ਸੁਸਾਈਡ ਇਜ਼ ਡਿਪਿਕਟਡ ਐਜ਼ ਐਨ ਇੰਪੋਰਟੈਂਟ ਰੋਮਨ ਕਸਟਮ। ਇੱਥੇ ਆ ਜਾਓ ਜੀ। ਸੁਸਾਈਡ ਕੀ ਆ? ਕੁਐਸਚਨ ਬਣ ਸਕਦਾ। ਸੁਸਾਈਡ ਕੀ ਆ? ਰੋਮਨ ਕਸਟਮ ਆ। ਸੁਸਾਈਡ ਦੀ ਸਮੱਸਿਆ ਬੜੀ ਸੀ ਹੈ ਨਾ ਉੱਥੇ ਰੋਮ ਦੇ ਵਿੱਚ, ਤਾਂ ਇਹ ਇੰਪੋਰਟੈਂਟ ਹੈ ਜੀ। ਬਰੂਟਸ ਐਂਡ ਕਾਸੀਅਸ, ਐਂਟਨੀ ਐਂਡ ਪੋਰਸ਼ੀਆ ਆਲ ਕਮਿਟ ਸੁਸਾਈਡ। ਸ਼ੇਕਸਪੀਅਰ ਦੇ ਪਲੇਸ ਦੇ ਵਿੱਚ ਉਹ ਰੋਮਨ ਪਲੇਸ ਤੋਂ ਪ੍ਰਭਾਵਿਤ ਸੀਗਾ ਸਾਰਾ ਜਿਹੜਾ ਸਬਜੈਕਟ ਮੈਟਰ ਸੀ। Coriolanus also submits to the death at the hands of the Volscians। ਉਸ ਤੋਂ ਬਾਅਦ ਸ਼ੇਕਸਪੀਅਰ depicts the Romans
ਐਜ ਸੈਲਫ ਕੌਨਸ਼ੀਅਸ। ਸ਼ੇਕਸਪੀਅਰ ਕਹਿੰਦਾ ਸੈਲਫ ਕੌਨਸ਼ੀਅਸ ਹੁੰਦੇ ਆ ਬਹੁਤ ਕੌਣ, ਰੋਮਨ। ਥੀਏਟ੍ਰਿਕਲੀ ਐਂਡ ਹਿਸਟੋਰੀਕਲੀ ਅਵੇਅਰ ਕਰੈਕਟਰਸ, ਹਿਸਟੋਰੀਕਲੀ ਤੇ ਥੀਏਟ੍ਰਿਕਲੀ ਬਹੁਤ ਅਵੇਅਰ ਕਰੈਕਟਰ ਹੁੰਦੇ ਆ ਜੀ ਇਹ। ਨੈਕਸਟ ਦੋਸਤੋ ਸ਼ੇਕਸਪੀਅਰਸ ਪ੍ਰੋਬਲਮ ਪਲੇਜ਼, ਰੋਮਨ ਪਲੇ ਦੀ ਗੱਲ ਕਰ ਲਈ ਆ, ਪ੍ਰੋਬਲਮ ਪਲੇ ਦੀ ਗੱਲ ਕਰਦੇ ਆ। While most of Shakespeare's play fall into the above cited categories of tragedies, comedies, histories, there are some plays of his which defy the conventions of these genres। ਕੁਝ ਕਹੇ ਜੇ ਪਲੇ ਵੀ ਆ ਉੱਪਰਲੀਆਂ ਸਾਰੀਆਂ ਕੈਟਾਗਰੀਜ਼ ਦੇ ਵਿੱਚ ਨਹੀਂ ਆਉਂਦੇ, ਨਾ ਉਹ ਟ੍ਰੈਜਡੀ ਨੇ, ਨਾ ਕਾਮੇਡੀ ਨੇ, ਨਾ ਹਿਸਟਰੀ ਨੇ, ਨਾ ਰੋਮਨ ਪਲੇ ਨੇ, ਉਹ ਕੀ ਨੇ ਜੀ, ਪ੍ਰੋਬਲਮ ਪਲੇ ਨੇ, ਹੈ ਨਾ। These plays of Shakespeare do not neatly fit into any of these categories। ਪੂਰੀ ਤਰ੍ਹਾਂ ਕਿਸੇ ਵੀ ਕੈਟਾਗਰੀ 'ਚ ਫਿੱਟ ਨਹੀਂ ਬਹਿੰਦੇ, ਇਸ ਕਰਕੇ ਇਹਨੂੰ ਪ੍ਰੋਬਲਮ ਪਲੇ ਕਿਹਾ ਗਿਆ। ਅੱਗੇ ਦੇਖਦੇ ਆਪਾਂ। ਇਟ ਵਾਜ਼ ਦ ਕ੍ਰਿਟਿਕ ਫਰੈਡਰਿਕ ਐਸ ਬੋਆਸ, ਵੈਰੀ ਇੰਪੋਰਟੈਂਟ, ਇਹ ਬਹੁਤ ਇੰਪੋਰਟੈਂਟ ਕ੍ਰਿਟਿਕ ਹੋਏ ਨੇ, ਫਰੈਡਰਿਕ ਐਸ ਬੋਆਸ, who first used the term problem play for some of Shakespeare's plays in 1896। 1896 ਦੇ ਵਿੱਚ ਜਿਹੜਾ ਵਿਲੀਅਮ ਸ਼ੇਕਸਪੀਅਰ ਦੀ ਡੈਥ ਤੋਂ ਕਾਫੀ ਟਾਈਮ ਬਾਅਦ ਇਹਨਾਂ ਨੇ ਟਰਮ ਯੂਜ਼ ਕੀਤੀ ਇੱਕ ਪ੍ਰੋਬਲਮ ਪਲੇ, ਸਿੰਪਲੀ ਵਿਲੀਅਮ ਸ਼ੇਕਸਪੀਅਰ ਦੇ ਪਲੇਜ਼ ਵਾਸਤੇ, ਹੈ ਨਾ। Though the term was not his coinage, ਇਹਨਾਂ ਨੇ coin ਨਹੀਂ ਸੀ ਕੀਤੀ, but already in use before writers like GB Shaw ਤੇ Ibsen ਤੋਂ ਲੈ ਕੇ ਹੀ ਚੱਲੀ ਆ ਰਹੀ ਸੀਗੀ। ਸੋ ਬੋਆਸ ਜਿਹੜੇ ਸੀ borrowed and adopted the term for Shakespearean use, ਸ਼ੇਕਸਪੀਅਰ ਵਾਸਤੇ ਇਹਨੇ ਟਰਮ ਅਡਾਪਟ ਕੀਤੀ, ਬੋਰੋ ਕੀਤੀ। plays that are usually categorized as problem plays are, ਕਿਹੜੇ ਕਿਹੜੇ ਨੇ ਪ੍ਰੋਬਲਮ ਪਲੇ, ਤਿੰਨ ਨੇ ਜਿਨ੍ਹਾਂ ਨੂੰ ਆਪਾਂ ਇਸ ਕੈਟਾਗਰੀ 'ਚ ਰੱਖਦੇ ਹਾਂ। ਕਿਹੜੀ ਕੈਟਾਗਰੀ 'ਚ, ਪ੍ਰੋਬਲਮ ਪਲੇ ਦੀ ਕੈਟਾਗਰੀ 'ਚ। All is well that ends well, Mere for Mere, Troilus and Cressida, ਯਾਦ ਰੱਖਣਾ ਜੀ ਇਹਨਾਂ ਨੂੰ। ਅੱਗੇ ਦੇਖੋ ਜੀ, all three of these plays were written between 1599 and 1605। However, Frederick S. Boas thought that this group of difficult plays, problem plays, should also include Hamlet। ਇਹ ਜਿਹੜੇ ਫਰੈਡਰਿਕ ਐਸ ਬੋਆਸ ਕਹਿੰਦੇ ਆ, ਉਹ ਇਸ ਤਿੰਨ ਜਿਹੜੇ ਉੱਪਰ ਆਪਾਂ ਦੇਖੇ ਆ, ਉੱਪਰ ਜਿਹੜੇ ਆਪਾਂ ਪੜ੍ਹੇ ਆ, ਉਹ ਪ੍ਰੋਬਲਮ ਪਲੇਸ ਤੋਂ ਬਿਨਾ ਹੈਮਲੇਟ ਨੂੰ ਵੀ ਉਹ ਪ੍ਰੋਬਲਮ ਪਲੇ ਦੇ ਵਿੱਚ ਕਹਿੰਦੇ ਆ ਰੱਖਣਾ ਚਾਹੀਦਾ। ਇੱਥੇ ਬੜੀ ਕੰਟਰੋਵਰਸੀ ਹੋਈ, ਕਈ ਕਹਿੰਦੇ ਜੀ ਨਹੀਂ ਰੱਖਣਾ ਚਾਹੀਦਾ, ਕਈ ਕਹਿੰਦੇ ਰੱਖਣਾ ਚਾਹੀਦਾ। ਦੇਖਦੇ ਆ ਤਾਂ ਇਹ ਕੀ ਕਹਿੰਦੇ ਆ ਕ੍ਰਿਟਿਕ ਦੇ ਜਿਹੜੇ। ਹੀ ਰਿਮਾਰਕਡ ਦੈਟ ਦਿਸ ਪਲੇ ਵਾਜ਼ ਡਿਸਟਿੰਗੁਇਸ਼ਡ ਫਰੋਮ ਦਾ ਅਦਰਸ ਬਾਈ ਇਟਸ ਟ੍ਰੈਜਿਕ ਐਂਡਿੰਗ, ਟ੍ਰੈਜਿਕ ਐਂਡਿੰਗ ਤੋਂ ਹੀ ਵੱਖਰਾ ਹੋਰ ਪਲੇਜ਼ ਨੂੰ, but it was akin to them in its general temper and atmosphere। Boas believed, Boas ਕੀ ਕਹਿੰਦੇ ਨੇ ਜਿਹੜੇ ਫਰੈਡਰਿਕ ਬੋਆਸ ਨੇ, ਕ੍ਰਿਟਿਕ ਨੇ, believed that these four plays presented problems of classification not just for the critics but also for the audience। They centered on problems which demanded attention and broke the conventions of genre। ਇਹ ਸਾਰੀਆਂ ਜੈਨਰੇ ਜਿੰਨੇ ਵਿਧਾ ਨੇ ਲਿਖਣ ਦੀ ਉਹਨਾਂ ਨੂੰ ਤੋੜ ਕੇ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਆ ਪਲੇ ਲੈ ਕੇ ਆਉਂਦਾ ਸਾਹਮਣੇ, ਜਿਹਨੂੰ ਆਪਾਂ ਪ੍ਰੋਬਲਮ ਪਲੇਜ਼ ਦੀ ਕੈਟਾਗਰੀ 'ਚ ਰੱਖਦੇ ਹਾਂ। ਦੇਰ ਇਜ਼ ਨੋ ਯੂਨੀਫਾਰਮ ਕੰਸੈਂਸਸ ਔਨ ਹੈਮਲੇਟ ਐਜ਼ ਅ ਪ੍ਰੋਬਲਮ ਪਲੇ। ਯੂਨੀਫਾਰਮ ਮੀਨਸ ਕਿ ਸਾਰੇ ਜਿਹੜੇ ਕ੍ਰਿਟਿਕ ਆ ਜਾਂ ਹਿਸਟੋਰੀਅਨ ਆ, ਕੋਈ ਐਸੀ ਪਰਪੱਕ ਥਿਊਰੀ ਨਹੀਂ ਬਣੀ ਕਿ ਆਪਾਂ ਕਹਿ ਦਈਏ ਕਿ ਹੈਮਲੇਟ ਤਾਂ ਜੀ ਆਹੀ ਆ। ਜ਼ਿਆਦਾਤਰ ਹੈਮਲੇਟ ਨੂੰ ਕੀ ਮੰਨਦੇ ਆ, ਟ੍ਰੈਜਡੀ ਮੰਨਦੇ ਆ। ਤੇ ਰੋਮਨ ਪਲੇ ਦੇ ਵਿੱਚ ਫਰੈਡਰਿਕ ਬੋਆਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਹੈਮਲੇਟ ਨੂੰ ਜਿਹੜਾ ਹੈਗਾ ਉਸ ਕੈਟਾਗਰੀ 'ਚ ਰੱਖਿਆ ਜਾਵੇ, ਕਿਉਂਕਿ ਓਬਵੀਅਸ ਜੀ ਗੱਲ ਆ, ਬਹੁਤ ਫੇਮਸ ਪਲੇ ਸੀਗਾ ਤੇ ਹਰੇਕ ਹਿਸਟੋਰੀਅਨ ਕਹਿੰਦਾ ਵੀ ਆਪਣਾ ਇੱਕ ਵੱਖਰਾ ਮਕਾਮ ਬਣੇ ਜੇ ਆਪਾਂ ਇਸ ਥਿਊਰੀ ਨੂੰ ਲਾਗੂ ਕਰਵਾ ਦਈਏ, ਹੈ ਨਾ, ਕਿਸੇ ਵੀ ਥਿਊਰੀ ਨੂੰ। ਵਾਈਲ ਕ੍ਰਿਟਿਕਸ ਸਚ ਐਜ਼ ਬੋਆਸ ਐਂਡ ਟਿਲਿਆਰਡ ਆਰਗਿਊਡ ਦੈਟ ਹੈਮਲੇਟ ਵਾਜ਼ ਅ ਪ੍ਰੋਬਲਮ ਪਲੇ। ਆ ਇੱਕ ਹੋਰ ਮਿੱਤਰ ਰਲ ਗਿਆ ਇਹਨਾਂ ਨਾਲ, ਟਿਲਿਆਰਡ, ਇਹਦਾ ਕਹਿੰਦੇ ਜੀ ਪ੍ਰੋਬਲਮ ਪਲੇ ਆ। ਅਦਰਸ ਲਾਈਕ W ਲਾਰੈਂਸ ਐਂਡ ਪੀਟਰ ਓਰੇ ਰਿਜੈਕਟਡ ਦਾ ਆਰਗੂਮੈਂਟ। ਇਹ ਦੋ ਬੰਦੇ ਸੀਗੇ, ਲਾਰੈਂਸ ਤੇ ਪੀਟਰ, ਇਹ ਕਹਿੰਦੇ ਨਾ ਜੀ ਸਾਨੂੰ ਨਹੀਂ ਮਨਜ਼ੂਰ ਹੈਗਾ, ਹੈ ਨਾ, ਪ੍ਰੋਬਲਮ ਪਲੇ ਨਹੀਂ ਹੈਗਾ ਜੀ। ਉਸ ਤੋਂ ਬਾਅਦ ਦੋਸਤੋ ਖਤਮ ਹੋਣ ਵਾਲਾ ਹੀ ਆ, ਬੋਰ ਨਾ ਹੋ ਤੁਸੀਂ। ਨੈਕਸਟ, ਸ਼ੇਕਸਪੀਅਰਸ ਪੋਇਮਸ। ਅਪਾਰਟ ਫਰੋਮ ਹਿਜ਼ ਲਾਰਜ repertoire of plays, Shakespeare also dabbled in poetry ਵੀ ਉਹਨਾਂ ਨੇ ਲਿਖੀ। 5 poems, ਕਿੰਨੀਆਂ ਲਿਖੀਆਂ? 5 poems ਨੀਚੇ ਲਿਖੀਆਂ ਨੇ। Venus and Adonis 1593 ਦੇ ਵਿੱਚ, Rape of Lucrece 1594 ਦੇ ਵਿੱਚ, Passionate Pilgrim 1598 ਦੇ ਵਿੱਚ, Phoenix and the Turtle 1601 ਦੇ ਵਿੱਚ, The Lover's Complaint 1609 ਦੇ ਵਿੱਚ। ਇਹ ਹੈਗੀਆਂ ਨੇ। ਇਹ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ Venus and Adonis, Rape of the Lucrece, ਇਹੀ ਮੇਨ ਨੇ ਜੀ ਇਹਨਾਂ ਦੀਆਂ, ਹਨਾ। ਪੜਾਂਗੇ ਆਪਾਂ ਅੱਗੇ ਵੀਨਸ ਐਂਡ ਐਡੋਨੀਅਸ ਕੀ ਆ, ਇਹਦੇ ਬਾਰੇ ਪੜਾਂਗੇ, ਤੇ ਰੇਪ ਆਫ ਦਾ ਲਿਕੁਇਸੀ ਇਹਦੇ ਬਾਰੇ ਪੜਾਂਗੇ। ਵੀਨਸ ਐਂਡ ਐਡੋਨੀਅਸ ਐਂਡ ਰੇਪ ਆਫ ਦਾ ਲਿਕੁਇਸੀ ਆ ਸ਼ੇਕਸਪੀਅਰਸ ਵੈਲ ਨੋਨ ਨਰੇਟਿਵ ਪੋਇਮਸ। ਜੇ ਤੁਹਾਨੂੰ ਕੋਈ ਪੁੱਛੇ
ਵੀਨਸ ਐਂਡ ਐਡੋਨੀਅਸ ਕਿਹੜੀ ਪੋਇਮ ਹੈ? ਤੁਸੀਂ ਕਹੋਗੇ ਜੀ ਨੈਰੇਟਿਵ ਪੋਇਮ। ਜੇ ਤੁਹਾਨੂੰ ਕੋਈ ਪੁੱਛੇ ਰੇਪ ਆਫ ਦ ਲਿਊਕ੍ਰੇਸੀ ਕਿਹੜੀ ਪੋਇਮ ਹੈ ਜੀ, ਤੁਸੀਂ ਕਹੋਗੇ ਨੈਰੇਟਿਵ ਪੋਇਮ। ਸੋ ਵਿਚ ਆਰ ਡੈਡੀਕੇਟਡ ਟੂ, ਕਿਹਨੂੰ ਡੈਡੀਕੇਟ ਕੀਤੀਆਂ ਨੇ ਇਹ? ਹੈਨਰੀ ਰਿਥਸਲੇ, ਅਰਲ ਆਫ ਸਾਊਥਹੈਂਪਟਨ। ਉਸ ਤੋਂ ਬਾਅਦ ਕੀ ਹੈ ਜੀ, The story of Venus and Adonis is taken from Ovid's Metamorphoses। Ovid ਬਹੁਤ ਮਹਾਨ ਕਲਾਸੀਕਲ ਰਾਈਟਰ ਨੇ, ਉਹਨਾਂ ਦਾ ਇੱਕ ਵਰਕ ਆ ਮੈਟਾਮੋਰਫੋਸਿਸ, ਉਤੋਂ ਲਿਆ ਗਿਆ ਹੈ ਵੀਨਸ ਐਂਡ ਐਡੋਨੀਅਸ ਦੀ ਸਟੋਰੀ। ਵੀਨਸ ਐਂਡ ਐਡੋਨੀਅਸ ਤੁਹਾਨੂੰ ਕੋਈ ਪੁੱਛੇ ਕੀ ਹੈ ਜੀ, ਲੌਂਗ ਨਰੇਟਿਵ ਪੋਇਮ ਜਾਂ ਨਰੇਟਿਵ ਪੋਇਮ ਕਹਿ ਦੋ ਹੈ ਨਾ। It describe, ਕੌਣ? Venus and Adonis। It describe the unsuccessful seduction of a handsome young man Adonis by Venus, the goddess of love। ਇੱਕ ਮੁੰਡਾ ਹੁੰਦਾ ਐਡੋਨੀਅਸ ਤੇ ਵੀਨਸ ਦੁਆਰਾ ਉਹਦੀ ਸਡਕਸ਼ਨ ਆ ਜਿਹੜੀ ਗੋਡੈਸ ਆਫ ਲਵ ਉਹਨੂੰ ਸਡਿਊਸ ਕਰਦੀ ਆ ਅਕੋਰਡਿੰਗ ਟੂ ਸੈਂਡਰਸ। The poem contrasts a passive male sexuality with an active female one। ਠੀਕ ਹੈ ਦੋਸਤੋ, ਜਿਹੜਾ ਮੇਲ ਆ ਉਹ ਪੈਸਿਵ ਹੁੰਦਾ ਤੇ ਜਿਹੜਾ ਫੀਮੇਲ ਹੈਗੀ ਆ ਉਹ ਐਕਟਿਵ ਹੁੰਦੀ ਆ। ਤੇ ਉਸ ਤੋਂ ਬਾਅਦ ਕੀ ਆ, ਵੀਨਸ ਟਰਾਈਜ਼ ਟੂ ਵੂ ਐਡੋਨੀਅਸ। ਵੀਨਸ ਜਿਹੜੀ ਹੈਗੀ ਆ ਫੀਮੇਲ ਆ, ਉਹ ਐਡੋਨੀਅਸ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਸਡਿਊਸ ਕਰਨ ਦੀ ਕੋਸ਼ਿਸ਼ ਕਰਦੀ ਆ। ਫੋਰਸਿਸ ਅ ਸੈਲੀ ਆਫ ਕਿਸਿਸ ਅਪਨ ਹਿਮ, boasts about her own charms yet fails to win him। ਉਹਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਫੋਰਸਫੁਲੀ ਅਪਣਾਉਣ ਦੀ ਕੋਸ਼ਿਸ਼ ਕਰਦੀ ਹੈ ਬਟ ਸ਼ੀ ਫੇਲਸ, ਹੈ ਨਾ। ਐਟ ਦਾ ਐਂਡ ਐਡੋਨੀਅਸ ਇਜ਼ ਕਿਲਡ। ਐਡੋਨੀਅਸ ਜਿਹੜਾ ਹੈਗਾ ਕਿਲਡ, ਉਹ ਮਾਰਿਆ ਜਾਂਦਾ ਬਾਏ ਅ ਵਾਈਲਡ ਬੋਰ। ਹਿਸ ਬੋਡੀ ਮੈਲਟਸ ਅਵੇ ਲੀਵਿੰਗ ਬਿਹਾਈਂਡ ਅ ਫਲਾਰ। ਉਹਦੀ ਬੋਡੀ ਮੈਲਟ ਹੋ ਜਾਂਦੀ ਹੈ ਤੇ ਪਿੱਛੇ ਇੱਕ ਫੁੱਲ ਰਹਿ ਜਾਂਦਾ, ਵਿਚ ਵੀਨਸ ਦੈਨ ਵੀਅਰਸ ਇਨ ਹਰ ਬੋਜ਼ਮ। ਠੀਕ ਹੈ ਜੀ, ਇੰਨੀ ਗੱਲ ਆ। ਦੇਖਦੇ ਹਾਂ ਅੱਗੇ, ਸਟੋਰੀ ਆਫ ਰੇਪ ਆਫ ਲਿਊਕ੍ਰੇਸੀ। ਇਹਦੀ ਸਟੋਰੀ ਕੀ ਆ? ਸਟੋਰੀ ਆਫ ਰੇਪ ਆਫ ਲਿਊਕ੍ਰੇਸੀ ਇਜ਼ ਡਰਾਈਵਡ ਫਰੋਮ ਓਵਿਡਸ ਫਾਸਤੀ। ਠੀਕ ਹੈ ਜੀ, ਉਹ ਵੀ ਓਵਿਡ ਦੀ ਉਤੋਂ ਹੀ ਸੀਗਾ, ਮੈਟਾਮੋਰਫੋਸਿਸ ਤੋਂ। ਇਹ ਹੈਗਾ ਓਵਿਡ ਦੀ, ਜਿਹੜਾ ਕਲਾਸੀਕਲ ਪੋਇਟ ਆ ਓਵਿਡ, ਉਤੋਂ ਫਾਸਤੀ। ਜਾਂ ਫਿਰ ਲਿਵਿਸ ਹਿਸਟਰੀ ਆਫ ਰੋਮ ਐਂਡ ਪਰਹੈਪਸ ਚੌਸਰਸ ਦ ਲੈਜੈਂਡ ਆਫ ਗੁੱਡ ਵੂਮਨ, ਇੱਥੋਂ ਲਿਆ ਗਿਆ। ਕੁਐਸਚਨ ਸਿੱਧਾ ਹੀ ਆ ਸਕਦਾ ਤੁਹਾਨੂੰ, ਰੇਪ ਆਫ ਲਿਊਕ੍ਰੇਸੀ ਆ ਜਿਹੜਾ ਉਹ ਕਿੱਥੋਂ ਡਰਾਈਵ ਕੀਤੀ ਗਈ ਹੈ ਨਾ ਸਟੋਰੀ ਉਹਦੀ। ਜਾਂ ਓਵਿਡਸ ਫਾਸਟੀ ਇਹ ਆ ਜਾਊਗਾ, ਜਾਂ ਆ ਜਾਊਗਾ ਆ ਹੈ ਨਾ ਦੂਜਾ ਜਿਹੜਾ ਹੈਗਾ ਲਿਵਿਸ ਹਿਸਟਰੀ ਆਫ ਰੋਮ ਔਰ ਚੌਸਰਸ ਦਾ ਲੈਜੈਂਡ ਆਫ ਗੁੱਡ ਵੂਮਨ। ਜਾਂ ਫਿਰ ਇਹ ਤਿੰਨੋਂ ਆ ਕੇ ਇੱਕ ਗਲਤ ਨਾਮ ਆ ਜਾਊ, ਉੱਪਰ ਲਿਖ ਦਿੱਤਾ ਜਾਊ ਕੁਐਸਚਨ ਦੇ ਵਿੱਚ ਕਿ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਸਟੋਰੀ ਦੇ ਜਾਣੀ ਕਿ ਕਿਤੋਂ ਡਰਾਈਵ ਨਹੀਂ ਕੀਤੀ ਗਈ, ਹੈ ਨਾ। ਤਿੰਨ ਤਾਂ ਸਹੀ ਨੇ, ਚੌਥਾ ਗਲਤ ਹੋ ਜਾਊਗਾ। ਦੈਟਸ ਇਟ। ਨੈਕਸਟ ਪੁਆਇੰਟ, ਇਟ ਡਿਸਕ੍ਰਾਈਬਸ ਦਾ ਰੇਪ ਆਫ ਅ ਵਰਚੁਅਸ ਨੋਬਲ ਵਿਮਨ ਲਿਊਕ੍ਰੇਸੀ। ਲਿਊਕ੍ਰੇਸੀ ਇੱਕ ਫੀਮੇਲ ਹੁੰਦੀ ਆ, ਇਹਦਾ ਕੀ ਆ, ਰੇਪ ਕਰਨ ਦੀ ਕੋਸ਼ਿਸ਼ ਕਰਦਾ ਬਾਏ ਦਾ ਸਨ ਆਫ ਕਿੰਗ, ਰਾਜੇ ਦਾ ਮੁੰਡਾ, ਦੈਟ ਇਜ਼ ਸੈਕਸਟਸ ਟਾਰਕੁਇਨਸ। ਲਿਊਕ੍ਰੇਸੀ ਇਜ਼ ਦਾ ਵਾਈਫ ਆਫ ਟਾਰਕੁਇਨਸ ਫਰੈਂਡ। ਇਹਦੇ ਫਰੈਂਡ ਦੀ ਵਾਈਫ ਹੁੰਦੀ ਆ, ਮਤਲਬ ਰਾਜੇ ਦੇ ਮੁੰਡੇ ਦੇ ਫਰੈਂਡ ਦੀ ਵਾਈਫ ਹੁੰਦੀ ਆ। ਵੈਨ ਲਿਊਕ੍ਰੇਸੀਜ਼ ਫਾਦਰ ਐਂਡ ਹਸਬੈਂਡ ਅਰਾਈਵ, ਆਉਂਦੇ ਆ ਉਹ ਜਦੋਂ, ਉਹਨਾਂ ਦਾ ਹਸਬੈਂਡ ਤੇ ਉਹਨਾਂ ਦਾ ਫਾਦਰ, she tells them, ਉਹਨਾਂ ਨੂੰ ਦੱਸਦੀ ਆ ਅਬਾਊਟ ਦਾ ਰੇਪ ਬਾਰੇ, ਐਂਡ ਆਸਕ ਫॉर ਵੈਨੇਜੀਅਨਸ। ਠੀਕ ਹੈ, ਬਦਲਾ ਲੈਣ ਲਈ ਕਹਿੰਦੇ ਆ। ਆਫਟਰ ਦਿਸ she stabs herself to death। ਉਹ ਰੇਪ ਅਟੈਂਪਟ ਹੋ ਜਾਂਦਾ, ਉਹ ਆਪਣੇ ਆਪ ਨੂੰ ਗਿਲਟ ਫੀਲ ਕਰਦੀ ਹੈ ਤੇ ਸਟੈਬ, ਤਲਵਾਰ ਮਾਰ ਲੈਂਦੀ ਹੈ ਆਪਣੇ ਤੇ ਮਰ ਜਾਂਦੀ ਹੈ। ਐਟ ਦਾ ਐਂਡ ਦਾ ਐਂਟਾਇਰ ਟਾਰਕੁਇਨ ਫੈਮਿਲੀ ਇਜ਼ ਰੂਟਡ ਆਊਟ। ਸਾਰੀ ਟਾਰਕੁਇਨ ਫੈਮਿਲੀ ਜਿਹੜੀ ਰਾਜਾਸ਼ਾਹੀ ਪਰਿਵਾਰ ਹੁੰਦਾ ਉਹਨੂੰ ਪੱਟ ਦਿੰਦੇ ਆ, ਜੜਨ ਚ ਲੋਕ, ਤੇ ਡਿਪੋਜ਼ਡ ਐਂਡ ਵੈਨਿਸ਼ਡ, ਭਜਾ ਦਿੰਦੇ ਆ। ਉਸ ਤੋਂ ਬਾਅਦ ਨੈਕਸਟ ਪੁਆਇੰਟ ਦੇਖਦੇ ਹਾਂ, ਪੈਸ਼ਨੇਟ ਪਿਲਗ੍ਰਿਮ। ਇਹ ਵੀ ਪੋਇਮ ਹੈ ਇਹਦੀ ਇੱਕ, ਹੈ ਨਾ, ਉੱਪਰ ਵਾਲੀ ਖਤਮ ਹੋ ਗਈ। ਇਜ਼ ਅ ਕਲੈਕਸ਼ਨ ਆਫ ਪੋਇਮਸ ਬਾਏ ਸ਼ੇਕਸਪੀਅਰ। ਪੈਸ਼ਨੇਟ ਪਿਲਗ੍ਰਿਮ ਕੀ ਹੈ ਜੀ? ਕਲੈਕਸ਼ਨ ਆ ਇੱਕ ਪੋਇਮਸ ਦੀ ਸ਼ੇਕਸਪੀਅਰ ਦੁਆਰਾ। However, only a few of these poems are today accepted as the Shakespeare। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦੋ ਪੋਇਮਸ ਹੀ ਆ, ਵੀਨਸ ਐਂਡ ਐਡੋਨੀਅਸ, ਰੇਪ ਆਫ ਲਿਊਕ੍ਰੇਸੀ, ਜਿਹੜੀਆਂ ਕਿ ਮੰਨੀਆਂ ਜਾਂਦੀਆਂ ਵਿਲੀਅਮ ਸ਼ੇਕਸਪੀਅਰ ਦੀਆਂ ਨੇ, ਬਾਕੀ ਤਾਂ ਨਹੀਂ ਮੰਨੀਆਂ ਜਾਂਦੀਆਂ, ਹੈ ਨਾ। ਤਾਂ ਇਹਨੂੰ ਵੀ ਨਹੀਂ ਮੰਨਿਆ ਜਾਂਦਾ ਪੈਸ਼ਨੇਟ ਪਿਲਗ੍ਰਿਮ, ਹੈ ਨਾ। ਉਸ ਤੋਂ ਬਾਅਦ ਹੈਗਾ ਜੀ
ਫਿਊਨਿਕਸ ਐਂਡ ਟਰਟਲ ਇਜ਼ ਐਨ ਐਲੈਗਰੀਕਲ ਪੋਇਮ। ਧਿਆਨ ਰੱਖੋ ਜੀ, ਫਿਊਨਿਕਸ ਐਂਡ ਟਰਟਲ ਇਜ਼ ਐਨ ਐਲੈਗਰੀਕਲ ਪੋਇਮ in which birds die, ਪੰਛੀ ਮਰ ਜਾਂਦੇ ਆ, became one in their love for each other, ਇੱਕ ਦੂਜੇ ਦੇ ਪਿਆਰ 'ਚ ਇੱਕ ਹੋ ਜਾਂਦੇ ਆ ਨਾ ਮਰ ਕੇ। ਨੈਕਸਟ, ਲਵਰਸ ਕੰਪਲੇਂਟ ਨਰੇਟਸ ਦਾ ਸਟੋਰੀ ਆਫ ਅ ਯੰਗ ਵੂਮਨ, ਇੱਕ ਯੰਗ ਵੂਮਨ ਦੀ ਸਟੋਰੀ ਨਰੇਟ ਕਰਦੀ ਆ, who laments over her seduction by a persuasive womanizing young man, ਜਿਹੜਾ ਇੱਕ ਯੰਗ ਮੈਨ ਹੁੰਦਾ ਉਹਦੇ ਦੁਆਰਾ ਸਡਿਊਸ ਕੀਤਾ ਜਾਂਦਾ ਉਹਨੂੰ, ਲੇਡੀ ਨੂੰ। he eventually leaves her and breaks her heart, ਉਹ ਉਹਨੂੰ ਛੱਡ ਜਾਂਦੀ ਹੈ ਤੇ ਉਹਦਾ ਦਿਲ ਤੋੜ ਜਾਂਦੀ ਹੈ। ਦੈਟਸ ਇਟ। ਨੈਕਸਟ ਹੈਗਾ ਜੀ ਸ਼ੇਕਸਪੀਅਰਸ ਸੋਨੇਟ, ਇਹ ਜਿਹੜੇ ਹੈਗੇ ਆਰ ਐਡਰੈਸਡ ਟੂ ਅ ਪਰਸਨ, ਐਡਰੈਸਡ ਹੈਗੇ ਪਰਸਨ ਨੂੰ ਕਾਲਡ ਮਿਸਟਰ WH ਨੂੰ ਐਡਰੈਸਡ ਹੈਗੇ ਆ। This dedication has led to a series of speculations as to the identity of this person, है ना। ਇਹ ਜਿਹੜਾ ਪਰਸਨ ਆ WH, ਇਹ ਤੇ ਬੜੀਆਂ ਮਤਲਬ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਪਤਾ ਨਹੀਂ ਆ, ਸਪੈਕੂਲੇਸ਼ਨ ਨੇ ਕਿ ਇਹ ਨਹੀਂ ਇਹ ਆ ਜੀ, ਉਹ ਨਹੀਂ ਉਹ ਆ ਜੀ, ਹੈ ਨਾ। ਆਪਾਂ ਦੇਖਦੇ ਹਾਂ ਇਹਦੇ ਵਿੱਚ ਟੂ ਲੀਡਿੰਗ ਕੈਂਡੀਡੇਟਸ, ਦੋ ਵੱਖਰੇ ਵੱਖਰੇ ਕੈਂਡੀਡੇਟ ਨੇ ਜਿਹ 'ਚ ਕਿਹਾ ਜਾਂਦਾ ਕਿ ਸ਼ੇਕਸਪੀਅਰ ਦੇ ਜਿਹੜੇ ਸੋਨੇਟ ਆ ਉਹਨਾਂ ਨੂੰ ਐਡਰੈਸਡ ਆ, ਹੈ ਨਾ। ਪਹਿਲਾ ਹੈਗਾ ਹੈਨਰੀ ਰਿਥਸਲੇ, ਥਰਡ ਅਰਲ ਆਫ ਸਾਊਥਹੈਂਪਟਨ। दूसरा हैगा जी बंदा विलियम हर्बर्ट, WH लिखा है ना, विलियम हर्बर्ट थर्ड अर्ल ऑफ पेम्ब्रॉक, ज्यादातर विलियम हर्बर्ट थर्ड अर्ल ऑफ पेम्ब्रॉक ਨੂੰ ਮੰਨਿਆ ਜਾਂਦਾ, ਪਰ ਇੱਕ ਹੈਨਰੀ ਵਿਸਥਲੋ, ਇੱਕ ਹੈਨਰੀ ਵਿਸਥਲੇਆ ਥਰਡ अर्ल ऑफ ਸਾਊਥਹੈਂਪਟਨ, WH, ਇਹਨੂੰ ਵੀ ਕਿਹਾ ਜਾਂਦਾ ਕਿ ਇਹਨੂੰ ਜਿਹੜਾ ਹੈਗਾ ਡੈਡੀਕੇਟ ਕੀਤੇ ਆ ਸੋਨੇਟ। ਨੈਕਸਟ ਦੇਖਦੇ ਆ, ਤੁਸੀਂ ਵੈਸੇ ਆ ਲਿਖਣਾ ਜੇ ਪੇਪਰ 'ਚ ਆ ਜਾਵੇ, ਵਿਲੀਅਮ ਹਰਬਰਟ ਥਰਡ अर्ल ऑफ पेम्ब्रॉक। They are मतलब sonnets usually divided into 3 parts. Sonnet 1 to 126 पहले तो लेके 126 तक, which the poet strikes up a relationship with the young man ਦੇ ਨਾਲ relationship ਦਿਖਾਇਆ ਗਿਆ 1 ਤੋਂ 126 ਤੱਕ, 1 ਤੋਂ 126 ਤੱਕ, ਹੈ ਨਾ। And sonnets 127 to 154 which are concerned with the poet's relationship with the women, ਇੱਕ women ਨਾਲ ਉਹਦਾ relationship ਦਿਖਾਇਆ ਗਿਆ, referred to as the dark lady, ਜਿਹਨੂੰ dark lady ਕਿਹਾ ਗਿਆ, or his mistress, ਕਿਹਦੀ mistress, ਵਿਲੀਅਮ ਸ਼ੇਕਸਪੀਅਰ ਸਾਹਿਬ ਦੀ, ਹੈ ਨਾ। ਉਹ ਤੋਂ ਬਾਅਦ ਦੇਖਦੇ ਹਾਂ ਜੀ ਪੋਇਟਰੀ ਕਿਹੜੀ ਹੈ ਇਹਦੀ ਮੇਨ, ਆਪਾਂ ਉੱਪਰ ਵੈਸੇ ਗੱਲ ਕਰ ਹੀ ਚੁੱਕੇ ਹਾਂ, ਦੋ ਇਹਦੀਆਂ ਪੋਇਮਸ ਮੇਨ ਨੇ, ਇੱਕ ਵੀਨਸ ਐਂਡ ਐਡੋਨੀਅਸ which was published or written in 1593, ਰੇਪ ਆਫ ਲਿਕਰੇਸੀ 1594, ਤੇ ਬਾਕੀ ਜਿਹੜੇ ਹੈਗੇ ਸ਼ੇਕਸਪੀਅਰਸ ਸੋਨੇਟਸ ਹੈਗੇ ਆ, ਪੈਸ਼ਨੇਟ ਪਿਲਗ੍ਰਿਮ ਹੈਗੇ ਆ, ਫਿਊਨਿਕਸ ਐਂਡ ਟਰਟਲ, ਲਵਰਸ ਕੰਪਲੇਂਟ। ਇਹਦੇ ਵਿੱਚੋਂ ਵੀਨਸ ਐਂਡ ਐਡੋਨੀਅਸ ਤੇ ਰੇਪ ਆਫ ਲਿਕਰੇਸੀ ਜਿਹੜੀਆਂ ਪਹਿਲੀਆਂ ਦੋ ਨੇ ਉਹਨਾਂ ਨੂੰ ਹੀ ਮੰਨਿਆ ਜਾਂਦਾ ਜ਼ਿਆਦਾਤਰ ਕਿ ਇਹੀ ਵਿਲੀਅਮ ਸ਼ੇਕਸਪੀਅਰ ਦੇ ਨੇ, ਬਾਕੀ ਵਿਲੀਅਮ ਸ਼ੇਕਸਪੀਅਰ ਦੀਆਂ ਲਿਖੀਆਂ ਨਹੀਂ ਹੈਗੀਆਂ, ਹੈ ਨਾ। ਤਾਂ ਇਸ ਤਰ੍ਹਾਂ ਦੋਸਤੋ ਵਿਲੀਅਮ ਸ਼ੇਕਸਪੀਅਰ ਬਾਰੇ ਵੱਖਰੀਆਂ ਵੱਖਰੀਆਂ ਗੱਲਾਂ ਜਾਂ ਥਿਊਰੀਜ਼ ਨੇ। ਇੱਕ ਇਹ ਵੀ ਕਿਹਾ ਜਾਂਦਾ ਕਿ ਵਿਲੀਅਮ ਸ਼ੇਕਸਪੀਅਰ ਤਾਂ ਪੜ੍ਹਿਆ ਲਿਖਿਆ ਨਹੀਂ ਸੀਗਾ, ਹੈ ਨਾ। ਤਾਂ ਕਈ ਜਗ੍ਹਾ ਤੇ ਜਿਹੜੇ ਹਿਸਟੋਰੀਅਨਸ ਨੇ, ਲਿਟਰੇਰੀ ਕ੍ਰਿਟਿਕ ਨੇ, ਜਦੋਂ ਜਿੱਥੇ ਜਿੱਥੇ ਉਹਦੇ ਸਾਈਨ ਸੀਗੇ ਵਿਲੀਅਮ ਸ਼ੇਕਸਪੀਅਰ ਦੇ, ਉਹ ਬੰਦੇ ਨੂੰ ਇਹ ਥਿਊਰੀ ਆ ਕਿਹਾ ਜਾਂਦਾ ਕਿ ਹਰੇਕ ਜਗ੍ਹਾ ਉਹਦੇ ਸਾਈਨ ਦੀ ਸਪੈਲਿੰਗ ਅਲੱਗ ਸੀ। ਇੱਥੋਂ ਪਤਾ ਲੱਗਦਾ ਕਿ ਉਹਨੂੰ ਸਪੈਲਿੰਗ ਜਾਂ ਸਾਈਨ ਹੀ ਨਹੀਂ ਕਰਨੇ ਆਉਂਦੇ ਸੀ, ਤਾਂ ਉਹ ਲਿਖੂਗਾ ਕਿੱਥੋਂ ਇੰਨਾ ਕੁਛ, ਹੈ ਨਾ। ਇੱਕ ਇਹ ਵੀ ਕਿਹਾ ਜਾਂਦਾ ਕਿ ਵਿਲੀਅਮ ਸ਼ੇਕਸਪੀਅਰ ਇੰਨਾ ਸਾਰਾ ਲਿਟਰੇਚਰ ਤੇ ਇੰਨੇ ਸ਼ਾਰਟ ਪੀਰੀਅਡ ਦੇ ਵਿੱਚ ਕਿਵੇਂ ਲਿਖ ਸਕਦਾ, ਹੈ ਨਾ। ਤਾਂ ਕਾਫੀ ਆਪਣੀਆਂ ਆਪਣੀਆਂ ਥਿਊਰੀਜ਼ ਨੇ, ਆਪਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਆਪਾਂ ਨੂੰ ਸਿਰਫ ਮਤਲਬ ਆ ਜੀ ਆਪਣੀ ਤਿਆਰੀ ਤੱਕ। ਹਾਂ, ਇੱਕ ਚੀਜ਼ ਹੋਰ, ਮੈਂ MCQ ਦੀ ਤਿਆਰੀ ਕਰੋ ਜਿੰਨੀ ਹੋ ਸਕਦੀ ਆ, ਡਿਸਕ੍ਰਿਪਸ਼ਨ ਜਾਂ ਜਿਹੜੀ ਬਾਇਓਗ੍ਰਾਫੀ ਆ ਉਹਦਾ ਪੜ੍ਹ ਲਓ ਇੱਕ ਵਾਰੀ, ਸਬਜੈਕਟਿਵ, ਹੈ ਨਾ। ਉਸ ਤੋਂ ਬਾਅਦ ਜਿੰਨੇ ਵੀ ਉਸ ਪਰਟੀਕੂਲਰ ਰਾਈਟਰ ਨਾਲ ਰਿਲੇਟਡ MCQs ਨੇ, ਹੈ ਨਾ, ਕਿਤੇ ਵੀ ਨਾ ਛੱਡੋ, ਹੈ ਨਾ। ਇਹਦੇ MCQ ਆਪਾਂ ਜਦੋਂ ਇਹ 72 ਰਾਈਟਰ ਇੱਕ ਵਾਰ ਕਰ ਲਏ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਆਪਾਂ ਉਦੋਂ ਕਰਾਂਗੇ। ਤੇ ਕੁਆਲਿਟੀ ਪ੍ਰੋਡਿਊਸ ਕਰੋ, ਚਾਹੇ ਉਹ 2 ਸਾਲ ਲੱਗਣ 5 ਸਾਲ ਲੱਗਣ, ਤਾਂ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਮਜ਼ਾ ਆਊਗਾ। ਤੁਹਾਡੇ ਬੱਚਿਆਂ ਤੱਕ ਵੀ ਅਸੀਂ ਇੱਕ ਬਹੁਤ ਕੁਆਲਿਟੀ ਐਜੂਕੇਸ਼ਨ ਨੂੰ ਡਿਵੈਲਪ ਕਰਕੇ ਲੈ ਕੇ ਜਾਵਾਂਗੇ 5-4 ਸਾਲ ਦੇ ਵਿੱਚ। ਤੇ ਸਟੇ ਟਿਊਨਡ। ਨੈਕਸਟ ਰਾਈਟਰ ਆਪਾਂ ਜੈਕੋਬੀਅਨ ਪੀਰੀਅਡ ਹੈਗਾ ਜਿਹੜਾ, ਉਹਦੇ ਨਾਲ ਬੜੀ ਛੇਤੀ ਮਿਲਦੇ ਆ ਜੀ। ਥੈਂਕ ਯੂ ਵੈਰੀ ਮੱਚ। ਉਮੀਦ ਆ ਕਿ ਤੁਹਾਨੂੰ ਸਾਰੇ ਲੈਕਚਰ ਵਧੀਆ ਲੱਗ ਰਹੇ ਹੋਣਗੇ। ਵਧੀਆ ਲੱਗ ਰਹੇ ਆ ਤਾਂ ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਤੇ ਅੱਗੇ ਸ਼ੇਅਰ ਜ਼ਰੂਰ ਕਰੋ ਪਲੀਜ਼, ਇਸ ਮਾਈ ਹੰਬਲ ਰਿਕੁਐਸਟ। ਥੈਂਕ ਯੂ ਵੈਰੀ ਮੱਚ। ਆਪਾਂ ਫਿਰ ਮਿਲਦੇ ਹਾਂ। ਟੇਕ ਕੇਅਰ, ਬਾਏ ਬਾਏ।